ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੁੰਨਵਾਨ ਪੁਰਖਨ ਗਤ ਪਾਈ ਸ਼੍ਰੀ ਸਤਿਗੁਰ ਕੀ ਦਾਤ ਸੁਹਾਈ। ਤਹਾਂ ਰਾਤ ਬਸ ਕਰ ਗੋਸਾਈ ਭਈ ਪ੍ਰਾਤ ਜਾਗ। ਬਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ। ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਸਦਾ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਬਖਸ਼ਿਸ਼ਾਂ ਕਰਨ ਵਾਲੇ ਸਦਾ ਸਭਨਾਂ 'ਤੇ ਕਿਰਪਾ ਕਰਨ ਵਾਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਹੈ ਦਇਆ ਕੀਤੀ ਹੈ। ਆਪਾਂ ਸਾਰਿਆਂ ਨੂੰ ਆਪਣੀ ਹਜ਼ੂਰੀ ਵਿੱਚ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ ਹੈ।
ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪਾਂ ਕੱਲ੍ਹ ਤੱਕ ਇੱਥੋਂ ਕਥਾ ਸਰਵਣ ਕੀਤੀ ਸੀ। ਇੱਥੋਂ ਤੱਕ ਹਰਿਦੁਆਰ ਕਨਖਲ ਤੋਂ ਸਿੱਖ ਸੰਗਤਾਂ ਨੂੰ ਉਤਾਰ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਰਸਤੇ ਵਿੱਚ ਮੇਹੜੇ ਪਿੰਡ ਵਿੱਚ ਪਹੁੰਚੇ ਜੀ। ਇਹ ਉਸ ਇਲਾਕੇ ਵਿੱਚ ਪਿੰਡ ਹੈ। ਜਦੋਂ ਮਹਾਰਾਜ ਪਹਿਲਾਂ ਯਾਤਰਾ ਵਿੱਚ ਆਉਂਦੇ ਸਨ, ਗੁਰੂ ਘਰ ਆਉਣ ਤੋਂ ਪਹਿਲਾਂ ਇਸ ਪਿੰਡ ਵਿੱਚ ਪੰਡਿਤ ਦੁਰਗੋ ਦੇ ਘਰ ਵਿੱਚ ਮਹਾਰਾਜ ਰੁਕਦੇ ਸਨ। ਪੰਡਿਤ ਦੁਰਗੋ ਜੀ ਦਾ ਪੂਰਾ ਨਾਮ ਦੁਰਗਾ ਦਾਸ ਵੀ ਆਇਆ ਹੈ, ਉਂਝ ਦੁਰਗੋ ਪੰਡਿਤ ਵੀ ਪ੍ਰਸਿੱਧ ਹੈ। ਪੰਡਿਤ ਦੁਰਗੋ ਨੇ ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਪਦਮ ਪਛਾਣਿਆ ਸੀਗਾ। ਉਹ ਪੰਡਿਤ ਦੁਰਗੋ ਗੁਰੂ ਜੀ ਦੀ ਸ਼ੋਭਾ ਦੇਖ ਕੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਇਆ। ਪੰਡਿਤ ਜੀ ਹੁਣ ਆ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਪਛਾਣਿਆ? ਮੈਂ ਉਹੋ ਹੀ ਹਾਂ ਜਿਹਨੇ ਪਦਮ ਦੀ ਪਛਾਣ ਕਰਕੇ ਦੱਸਿਆ ਸੀ ਵੀ ਤੁਸੀਂ ਚੱਕਰਵਰਤੀ ਪਾਤਸ਼ਾਹ ਬਣੋਗੇ। ਤੇ ਮਹਾਰਾਜ ਉਦੋਂ ਦੀ ਭੇਟਾਧਾਰੀ ਹੈ। ਮਹਾਰਾਜ ਕਹਿਣ ਲੱਗੇ, ਹਾਂਜੀ ਸਾਨੂੰ ਚੇਤਾ ਹੈ, ਇਸ ਲੋਕ ਦੇ ਸੁੱਖ ਮੰਗ ਲਵੋ ਜਾਂ ਪਰਲੋਕ ਦੇ ਸੁੱਖ ਮੰਗ ਲਵੋ। ਪੰਡਿਤ ਦੁਰਗੋ ਨੇ ਬੜੀ ਵਿਚਾਰ ਕੀਤੀ, ਮੈਂ ਕਿਹੜਾ ਸੁੱਖ ਮੰਗਾਂ? ਮੰਗਣ ਵਾਲਾ ਬੰਦਾ ਸਿਆਣਾ ਹੋਵੇ ਨਾ ਜੀ, ਉਹ ਇੱਕ ਮੰਗ ਕੇ ਸਾਰਾ ਕੁਝ ਹੀ ਲੈ ਲੈਂਦਾ ਜੀ। ਤੇ ਕਈ ਵਾਰੀ ਬੰਦੇ ਕੋਲ ਮੌਕਾ ਤੇ ਬਹੁਤ ਵਧੀਆ ਹੁੰਦਾ ਜੀ, ਪਰ ਉਹ ਮੌਕਾ ਜਿਹੜਾ ਨਾ ਜੀ ਉਹ ਅਜਾਈਂ ਗਵਾ ਦਿੰਦਾ ਜੀ। ਰਾਜਾ ਤੁਰਦਾ ਤੁਰਦਾ ਪਿਆਸਾ ਸੀਗਾ, ਸ਼ਿਕਾਰ ਖੇਡਦਾ ਖੇਡਦਾ ਇੱਕ ਪਿੰਡ 'ਚ ਪਹੁੰਚਿਆ। ਇੱਕ ਬੰਦੇ ਨੇ ਰਾਜੇ ਨੂੰ ਪਾਣੀ ਪਿਆਇਆ। ਰਾਜੇ ਨੇ ਸੰਗਤ ਜੀ ਉਹ ਮੁੰਦਰੀ ਦਿੱਤੀ ਆਪਣੀ, ਔਰ ਰਾਜੇ ਨੇ ਇਹ ਆਖਿਆ, ਜਦੋਂ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਇਹ ਮੁੰਦਰੀ ਮੈਨੂੰ ਦੇ ਜਾਵੀਂ ਤੇ ਮੇਰੇ ਕੋਲੋਂ ਵਸਤੂ ਲੈ ਜਾਵੀਂ। ਸਮਾਂ ਐਸਾ ਬਣਿਆ, ਉਹ ਬੰਦੇ ਨੂੰ ਇੰਨੀ ਸੋਝੀ ਨਹੀਂ ਸੀਗੀ, ਉਹਨੂੰ ਘਾਹ ਚਾਹੀਦਾ ਸੀਗਾ ਜੀ। ਰਾਜੇ ਦੇ ਕੋਲ ਗਿਆ, ਮੁੰਦਰੀ ਦੇ ਦਿੱਤੀ ਤੇ ਘਾਹ ਲੈ ਆਂਦਾ ਜੀ। ਰਾਜੇ ਨੇ ਆਖਿਆ, ਕਹਿਣ ਲੱਗਾ, ਭਾਈ ਜੇ ਤੂੰ ਚਾਹੁੰਦਾ ਮੇਰੇ ਕੋਲੋਂ ਸੋਨਾ ਵੀ ਲੈ ਸਕਦਾ ਸਾਂ, ਪਰ ਤੇਰੀ ਮੰਗ ਹੀ ਬੜੀ ਛੋਟੀ ਸੀਗੀ ਜੀ। ਸੰਗਤ ਜੀ, ਕਈ ਵਾਰੀ ਮੌਕਾ ਬੜਾ ਵਧੀਆ ਹੁੰਦਾ ਹੈ, ਪਰ ਬੰਦੇ ਨੂੰ ਮੰਗਣਾ ਨਹੀਂ ਆਉਂਦਾ ਜੀ। ਬੰਦੇ ਨੂੰ ਮੰਗਣਾ ਨਹੀਂ ਆਉਂਦਾ। ਮੰਗਣ ਦੀ ਦਾਤ ਵੀ ਵਿਰਲਿਆਂ ਕੋਲ ਹੁੰਦੀ ਹੈ ਜੀ। ਕੱਲ੍ਹ ਵੀ ਬੇਨਤੀ ਕੀਤੀ ਸੀ, ਟੂਕ ਮਾਤਰ ਬੇਨਤੀ ਕਰਕੇ ਅੱਗੇ ਚੱਲਾਂਗੇ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਆ। ਵਿਰਲਿਆਂ ਨੂੰ ਮੰਗਣ ਦੀ ਦਾਤ ਆਉਂਦੀ ਹੈ, ਜਾਚ ਆਉਂਦੀ ਹੈ। ਸੰਤਾਂ ਦੇ ਕੋਲ ਮਾਈ ਆਈ। ਸੰਤ ਕਹਿੰਦੇ, ਮਾਈ ਅੱਜ ਅਕਾਲ ਪੁਰਖ ਖੁਸ਼ ਹੈ ਤੇਰੇ ਤੇ, ਜੋ ਮੰਗਣਾ ਮੰਗ ਲੈ। ਮੰਗੀ ਇੱਕੋ ਵਾਰੀ। ਮਾਈ ਬੜੀ ਹੁਣ ਛੱਛੋਪਨ ਵਿੱਚ ਪੈ ਗਈ, ਮੈਂ ਕੀ ਮੰਗਾਂ। ਕਈ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਵੀ ਸਾਖੀ ਜੁੜਦੀ ਹੈ। ਮਾਈ ਜਿਹੜੀ ਉਹ ਛੱਛੋਪਨ ਵਿੱਚ ਪੈ ਗਈ ਤੇ ਕੁਝ ਸਮਾਂ ਚੁੱਪ ਰਹਿ ਕੇ ਮਾਈ ਕਹਿਣ ਲੱਗੀ, ਮਹਾਰਾਜ ਜੇ ਕੁਝ ਦਬਾਉਣਾ ਹੀ ਹੈ ਰੱਬ ਦੇ ਘਰੋਂ ਤੇ ਫਿਰ ਮੈਨੂੰ ਦਵਾਓ ਕਿ ਮੇਰੀ ਨੂੰਹ ਆਪਣੀ ਗੋਦ 'ਚ ਪੋਤਰਾ ਲੈ ਕੇ ਤੇ ਸੋਨੇ ਦੀ ਮਧਾਣੀ ਰਿੜਕ ਰਹੀ ਹੋਵੇ ਜੀ। ਮਾਇਆ ਵੀ ਮੰਗ ਲਈ ਜੀ ਉਹਨੇ। ਪੁੱਤ ਨਹੀਂ ਸੀ ਉਹਦੇ ਘਰ, ਨਾ ਧੀ ਸੀ। ਪੁੱਤ ਤੇ ਮੰਗਿਆ ਨੂੰਹ ਵੀ ਮੰਗ ਲਈ ਤੇ ਪੋਤਰਾ ਵੀ ਮੰਗ ਲਿਆ ਜੀ ਨਾਲੇ ਜੀ। ਕਈ ਵਾਰੀ ਬੰਦੇ ਨੂੰ ਮੰਗਣ ਦੀ ਜੁਗਤੀ ਨਹੀਂ ਆਉਂਦੀ ਤੇ ਕਈ ਬੰਦੇ ਬਹੁਤ ਅੱਗੇ ਲੰਘ ਜਾਂਦੇ ਜੀ। ਦੁਰਗੋ ਨੇ ਬੜੇ ਭਲੇ ਪ੍ਰਕਾਰ ਨਾਲ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਤੁਸੀਂ ਮੈਨੂੰ ਵਾਹਿਗੁਰੂ ਦੇ ਨਾਮ ਦੀ ਦਾਤ ਦਿੰਦੇ ਹੋ ਤੇ ਮਾਇਆ ਨਹੀਂ ਦਿੰਦੇ ਤੇ ਇਸ ਸੰਸਾਰ 'ਚ ਮੇਰੀ ਕੋਈ ਇੱਜ਼ਤ ਨਹੀਂ ਹੈਗੀ। ਤੇ ਜੇ ਕੇਵਲ ਮੈਨੂੰ ਮਾਇਆ ਦੇ ਦਿੰਦੇ ਹੋ, ਨਾਮ ਦੀ ਦਾਤ ਨਹੀਂ ਦਿੰਦੇ, ਅੱਗੇ ਮਹਾਰਾਜ ਜਮਾ ਨੇ ਮੇਰਾ ਖਹਿੜਾ ਨਹੀਂ ਛੱਡਣਾ। ਮਹਾਰਾਜ ਮੈਂ ਲੋੜਵੰਦ ਹੈਗਾ, ਮੈਨੂੰ ਦੋਵੇਂ ਹੀ ਦਿਓ। ਮਹਾਰਾਜ ਕਹਿਣ ਲੱਗੇ, ਫਿਰ ਦੁਰਗੋ ਤੈਨੂੰ ਦੋਵੇਂ ਹੀ ਦਾਤਾਂ ਦਿੱਤੀਆਂ, ਨਾ ਇਸ ਲੋਕ ਵਿੱਚ ਮਾਇਆ ਦੀ ਕਮੀ ਰਹੇਗੀ,
ਰੱਬ ਦਾ ਨਾਮ ਜਪਿਆ ਕਰ, ਜਮਾਂ ਦੇ ਰਾਹ ਨਹੀਂ ਪਏਗਾ, ਮਹਾਰਾਜ ਕਹਿਣ ਲੱਗੇ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਦੁਰਗੋ ਨੂੰ ਜਿੰਦਿਆਂ ਜੀ ਮਾਇਆ ਦੀ ਕਮੀ ਨਹੀਂ ਆਈ ਜੀ। ਦੁਰਗਾ ਦਾਸ ਨੂੰ ਜਿੰਦਿਆਂ ਜੀ ਮਾਇਆ ਦੀ ਕਮੀ ਨਹੀਂ ਆਈ, ਤੇ ਗੁਰੂ ਸਾਹਿਬ ਨੇ ਗੁਰਮੰਤਰ ਦੀ ਦਾਤ ਦਿੱਤੀ ਸੀ। ਜਪ ਜਪ ਕੇ ਜਮਾਂ ਦੀ ਖਲਾਸੀ ਵੀ ਹੋ ਗਈ ਜੀ। ਪੁੰਨਵਾਨ ਪੁਰਸ਼ਾਂ ਦੀ ਤਰ੍ਹਾਂ ਦੁਰਗੋ ਪੰਡਿਤ ਨੇ ਸਰੀਰ ਤਿਆਗਿਆ। ਇਹ ਪੰਜਾਬ ਦੀ ਗੱਲ ਨਹੀਂ ਹੈਗੀ ਜੀ, ਇਹ ਹਰਿਦੁਆਰ ਤੋਂ ਜਦੋਂ ਆਪਾਂ ਇੱਧਰ ਨੂੰ ਆਉਂਦੇ, ਉੱਤਰ ਪ੍ਰਦੇਸ਼ ਤੋਂ ਪੰਜਾਬ ਵੱਲ ਨੂੰ ਆਉਂਦੇ ਆ, ਰਸਤੇ ਵਿੱਚ ਇੱਕ ਪਿੰਡ ਹੈ ਮਹੇੜਾ। ਮਹੇੜੇ ਪਿੰਡ ਦੀ ਘਟਨਾ ਹੈ। ਸੋ ਹੁਣ ਇਹਦੇ ਤੋਂ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਹਾਂ ਰਾਤ ਬਸ ਕਰ ਗੋਸਾਈ। ਰਾਤ ਫਿਰ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਮਹੇੜੇ ਪਿੰਡ ਵਿੱਚ ਰਹੇ ਜੀ। ਹਾਂਜੀ, ਭਈ ਪ੍ਰਾਤ ਜਾਗੇ ਸਮੁਦਾਈ। ਦਿਨ ਚੜ੍ਹਿਆ, ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਗਰੀਬ ਨਵਾਜ ਜਾਗੇ ਜੀ। ਹਾਂਜੀ, ਨਿਤ ਕੀ ਕਿਰਿਆ ਕੀਨ ਇਸਨਾਨੇ। ਭਾਵ ਅੰਮ੍ਰਿਤ ਵੇਲੇ ਜਾਗੇ ਮਹਾਰਾਜ ਅਗਲੇ ਦਿਨ ਦੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਰੋਜ਼ ਦੀ ਕਿਰਿਆ ਅਨੁਸਾਰ ਇਸ਼ਨਾਨ ਪਾਨ ਕੀਤਾ ਸਤਿਗੁਰੂ ਗਰੀਬ ਨਵਾਜ ਜੀ ਨੇ। ਹਾਂਜੀ, ਸੰਗਤ ਭੀਰ ਸੰਗ ਪ੍ਰਸਥਾਨੇ। ਹਜੂਰ ਮਹਾਰਾਜ ਜੀ ਦੀ ਹਜੂਰੀ ਵਿੱਚ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ। ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਬੜੇ ਪਿਆਰ ਵਾਲਾ ਆਨੰਦ ਵਾਲਾ ਮਾਹੌਲ ਬਣਿਆ। ਮਹੇੜੇ ਪਿੰਡ ਦੀਆਂ ਸੰਗਤਾਂ ਨੇ ਖੁੱਲ੍ਹੇ ਦਰਸ਼ਨ ਕੀਤੇ ਗੁਰੂ ਅਮਰਦਾਸ ਜੀ ਦੇ। ਹਾਂਜੀ, ਸਨੇ ਸਨੇ ਮਗ ਇਸੀ ਪ੍ਰਕਾਰ। ਹੁਣ ਉੱਥੋਂ ਮਹਾਰਾਜ ਸੱਚੇ ਪਾਤਸ਼ਾਹ ਤੁਰ ਪਏ ਜੀ। ਗੋਇੰਦਵਾਲ ਸਾਹਿਬ ਵਾਪਸ ਆਉਣਾ ਹੈ। ਬਹੁਤ ਸਥਾਨਾਂ ਤੇ ਵਿਚਰ ਕੇ ਸਤਿਗੁਰੂ ਜੀ ਨੇ ਬਜ਼ੁਰਗੀ ਦੀ ਉਮਰ ਵਿੱਚ ਸੰਗਤਾਂ ਨੂੰ ਦਰਸ਼ਨ ਦਿੱਤੇ ਜੀ। ਬੇਅੰਤ ਥਾਵਾਂ ਤੇ ਜਾ ਕੇ ਬੇਅੰਤਾਂ ਨੂੰ ਤਾਰ ਕੇ ਹੌਲੀ ਹੌਲੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਨੂੰ ਆ ਰਹੇ ਆ। ਹਾਂਜੀ, ਨਿਤ ਉਠ ਚਲਹਿ ਗੁਰੂ ਸੁਖਕਾਰ। ਰਸਤੇ ਵਿੱਚ ਮਹਾਰਾਜ ਪੜਾਅ ਕਰਦੇ ਆ। ਹੁਣ ਵੇਖੋ ਸਾਰੀ ਕਥਾ ਤਾਂ ਨਹੀਂ ਕਵੀ ਸੰਤੋਖ ਸਿੰਘ ਲਿਖ ਪਾਏ। ਮਹਾਰਾਜ ਨੇ ਕਿਹੜੇ ਕਿਹੜੇ ਦਿਨ ਕਿੱਥੇ ਕਿੱਥੇ ਪੜਾਅ ਕੀਤਾ, ਕਿੱਥੇ ਕਿੱਥੇ ਦਰਸ਼ਨ ਦਿੱਤੇ। ਪਰ ਰਸਤੇ ਵਿੱਚ ਪੜਾਅ ਕਰਦਿਆਂ ਸੱਚੇ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਨੂੰ ਵੱਧ ਰਹੇ ਆ। ਹਾਂਜੀ, ਪ੍ਰਾਪਤ ਭਏ ਬਲੋਕਤ ਦੇਸ਼। ਜਿਹੜਾ ਵੀ ਦੇਸ਼ ਆਉਂਦਾ, ਨਗਰ ਆਉਂਦਾ, ਮਹਾਰਾਜ ਉੱਥੇ ਕੀਰਤਨ ਕਰਾਉਂਦੇ ਆ। ਜਿਸ ਨਗਰ ਵਿੱਚ ਮਹਾਰਾਜ ਚਰਨ ਪਾ ਆਉਂਦੇ ਆ, ਉਸ ਨਗਰ ਦਾ ਭਲਾ ਕਰ ਦਿੰਦੇ ਸੱਚੇ ਪਾਤਸ਼ਾਹ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੋਲਤ ਜੈ ਜੈਕਾਰ ਅਸ਼ੇਸ਼। ਲੋਕ ਮਹਾਰਾਜ ਦੇ ਦਰਸ਼ਨ ਕਰਕੇ ਇੰਨੀ ਸ਼ਾਂਤੀ ਮਹਿਸੂਸ ਕਰਦੇ ਐ, ਇੰਨਾ ਆਨੰਦ ਮਹਿਸੂਸ ਕਰਦੇ ਐ, ਜਿੱਧਰੋਂ ਮਹਾਰਾਜ ਲੰਘ ਰਹੇ ਲੋਕ ਜੈ ਜੈਕਾਰਾਂ ਹੀ ਕਰੀ ਜਾਂਦੇ ਜੀ। ਸ੍ਰੀ ਗੁਰੂ ਅਮਰਦਾਸ ਜੀ ਦੀਆਂ ਭੱਟ ਜੀ ਕਹਿੰਦੇ ਆ ਨਾ, ਉੱਤਰ ਦੱਖਣ ਪੂਬ ਅਰ ਪੱਛਮ ਜੈ ਜੈਕਾਰ ਜਪੰਥ ਨਰਾ। ਜਿੱਧਰੋਂ ਮਹਾਰਾਜ ਆ ਰਹੇ ਆ, ਲੋਕ ਜੈ ਜੈਕਾਰਾਂ ਹੀ ਸੱਚੇ ਪਾਤਸ਼ਾਹ ਜੀ ਦੀਆਂ ਕਰ ਰਹੇ ਆ। ਹਾਂਜੀ, ਜਮਨਾ ਉਲੰਘੇ ਦੇਸ਼ ਅਗਾਰੇ। ਫਿਰ ਮਹਾਰਾਜ ਗਰੀਬ ਨਵਾਜ ਜੀ ਨੇ ਜਮਨਾ ਦਰਿਆ ਪਾਰ ਕੀਤਾ ਜੀ। ਫਿਰ ਬੇਨਤੀ ਹੈ, ਗੁਰੂ ਸਾਹਿਬ ਜੀ ਦੇ ਨਾਲ ਸੰਗਤ ਇੰਨੀ ਜ਼ਿਆਦਾ ਸੀ, ਦਰਿਆ ਤੇ ਪੁੱਲ ਨਹੀਂ ਸੀ ਬਣੇ ਹੁੰਦੇ ਜੀ। ਬੇੜੀਆਂ ਰਾਹੀਂ ਦਰਿਆ ਪਾਰ ਹੋਣੇ ਹੁੰਦੇ ਸੀਗੇ ਜੀ। ਤੇ ਸਾਰੀ ਦਿਹਾੜੀ ਲੱਗ ਜਾਂਦੀ ਸੀ ਦਰਿਆ ਪਾਰ ਕਰਨ ਲੱਗਿਆਂ ਜੀ। ਤੇ ਉਦੋਂ ਦਰਿਆ ਚੌੜੇ ਵੀ ਬਹੁਤ ਹੁੰਦੇ ਸਨ ਜੀ। ਸੋ ਮਹਾਰਾਜ ਗਰੀਬ ਨਵਾਜ ਸਹਿਜੇ ਦਰਿਆ ਪਾਰ ਕਰਦੇ ਆ। ਹਾਂਜੀ, ਪੁਨ ਆਏ ਸਤਦਰਵ ਕਿਨਾਰੇ। ਫਿਰ ਮਹਾਰਾਜ ਗਰੀਬ ਨਵਾਜ ਸਤਲੁਜ ਦਰਿਆ ਵੀ ਪਾਰ ਕਰਦੇ ਆ। ਪਹਿਲਾਂ ਸਤਲੁਜ ਦੇ ਕੰਢੇ ਆਏ ਮਹਾਰਾਜ। ਹਾਂਜੀ, ਚੜੇ ਤਰੀ ਪਰ ਹੋਏ ਪਾਰ। ਸਭ ਤੋਂ ਪਹਿਲਾਂ ਬੇੜੀ ਦੇ ਵਿੱਚ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਬੈਠੇ ਜੀ। ਵੇਖੋ ਬੇੜੀ ਵਾਲਾ ਭਾਗਾਂ ਵਾਲਾ ਹੋਏਗਾ,
ਉਹਦੀ ਬੇੜੀ ਵਿੱਚ ਸਤਿਗੁਰੂ ਆ ਕੇ ਬੈਠੇ ਆ ਜੀ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਉਹਦੀ ਬੇੜੀ ਵਿੱਚ ਆ ਕੇ ਬੈਠੇ। ਕੁਝ ਸਿੱਖ ਮਹਾਰਾਜ ਜੀ ਦੇ ਨਾਲ ਸਤਲੁਜ ਦਰਿਆ ਪਾਰ ਕੀਤਾ ਮਹਾਰਾਜ ਨੇ ਜੀ। ਹਾਂਜੀ, ਦੇਸ ਦੁਆਬੇ ਕੇਰ ਮਝਾਰ। ਜਦੋਂ ਸਤਲੁਜ ਪਾਰ ਕਰੀਏ ਨਾ ਜੀ ਤੇ ਹੁਸ਼ਿਆਰਪੁਰ ਅੱਗੋਂ ਫਿਰ ਜਲੰਧਰ, ਇਹ ਸਾਰਾ ਇਲਾਕਾ ਨਵਾਂ ਸ਼ਹਿਰ ਇਹ ਦੁਆਬੇ ਵਾਲਾ ਸ਼ੁਰੂ ਹੋ ਜਾਂਦਾ ਜੀ। ਮਹਾਰਾਜ ਦੁਆਬੇ ਵਿੱਚ ਆ ਗਏ ਸੱਚੇ ਪਾਤਸ਼ਾਹ ਸਮੇਤ ਸੰਗਤਾਂ ਦੇ। ਰਸਤੇ ਵਿੱਚ ਕਈ ਦਿਨ ਲੱਗੇ ਜੀ। ਹਾਂਜੀ, ਸਨੈ ਸਨੈ ਉਲੰਘਿਓ ਜਬ ਸਾਰੋ। ਹੌਲੀ ਹੌਲੀ ਜਦੋਂ ਬਿਆਸਾ ਵਾਹਿਗੁਰੂ ਦੁਆਬਾ ਸਾਰਾ ਪਾਰ ਕਰ ਲਿਆ ਮਹਾਰਾਜ ਨੇ, ਤੀਰ ਬਿਪਾਸਾ ਆਨ ਨਿਹਾਰੋ। ਤੇ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਬਿਆਸਾ ਦਰਿਆ ਦੇ ਕੰਢੇ ਆਏ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਬਿਆਸਾ ਪਾਰ ਗੋਇੰਦਵਾਲ ਸਾਹਿਬ ਹੈ ਜੀ। ਗੋਇੰਦਵਾਲ ਸਾਹਿਬ ਅੱਜ ਵੀ ਬਿਆਸ ਦਰਿਆ ਪਾਰ ਕਰਨਾ ਪੈਂਦਾ ਜੀ। ਉਦੋਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਅੱਜ ਤੋਂ 60-70 ਸਾਲ ਪਹਿਲਾਂ ਦਰਿਆ ਕਹਿੰਦੇ ਨਾਲ ਲੰਘਦਾ ਸੀਗਾ ਜੀ। ਹੁਣ ਘੱਟੋ ਘੱਟ ਨਹੀਂ ਕਿਲੋਮੀਟਰ ਪਰਾਂ ਹੋ ਗਿਆ ਜੀ। ਤੇ ਬਿਲਕੁਲ ਨਾਲ ਸੀਗਾ ਜੀ। ਸੱਚੇ ਪਾਤਸ਼ਾਹ ਗਰੀਬ ਨਵਾਜ ਬਿਆਸਾ ਦੇ ਕੰਢੇ ਆ ਗਏ ਜੀ। ਹਾਂਜੀ, ਗੋਇੰਦਵਾਲ ਜਬਹਿ ਸੁਧ ਆਈ। ਉਧਰੋਂ ਦੂਜੇ ਪਾਸੇ ਖਬਰਾਂ ਪਹੁੰਚ ਗਈਆਂ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸਾਹਿਬ ਪਹੁੰਚ ਰਹੇ ਆ। ਹਾਂਜੀ, ਰਾਮਦਾਸ ਲੈ ਨਰ ਸਮੁਦਾਈ। ਤੇ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸਾਡੇ ਸ਼ਹਿਰ ਦੇ ਮਾਲਕ ਸਤਿਗੁਰੂ ਉਦੋਂ ਸੇਵਕ ਰੂਪ ਵਿੱਚ ਸਨ ਜੀ। ਗੁਰੂ ਘਰ 'ਚ ਸੇਵਾ ਕਰਦੇ ਸੀ, ਸੇਵਾਦਾਰ ਬਣ ਕੇ। ਕੁਝ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਨੇ ਆਪਣੇ ਨਾਲ ਲਿਆ ਜੀ। ਹਾਂਜੀ, ਜੁਤ ਉਤਸ਼ਾਹ ਅਗਾਰੀ ਚਾਲੇ। ਤੇ ਬੜੀ ਖੁਸ਼ੀ ਦੇ ਨਾਲ, ਬੜੇ ਚਾਅ ਦੇ ਨਾਲ ਕੁਝ ਪ੍ਰੇਮੀਆਂ ਨੂੰ ਲੈ ਕੇ ਤੇ ਅੱਗੇ ਤੁਰ ਪਏ। ਮਹਾਰਾਜ ਨੂੰ ਲੈ ਕੇ ਆਉਂਦੇ ਆ। ਹਾਂਜੀ, ਪਠੈ ਸ਼ਬਦ ਕਰ ਪ੍ਰੇਮ ਬੈਸਾਲੇ। ਵਾਹ ਵਾਹ, ਗੱਜ ਕੇ ਆਖੋ ਵਾਹਿਗੁਰੂ। ਕਿਤੇ ਕਿਤੇ ਇਹ ਰੀਤ ਰਹਿ ਗਈ ਹੈ, ਕਿਤੇ ਕਿਤੇ ਮਰਿਆਦਾ ਰਹਿ ਗਈ, ਨਹੀਂ ਤੇ ਖਤਮ ਹੋ ਗਿਆ ਇਹ ਸਾਰਾ ਕੁਝ ਜੀ। ਮਹਾਰਾਜ ਨੂੰ ਲੈਣ ਜਾ ਰਹੇ ਆ ਗੁਰੂ ਰਾਮਦਾਸ ਸਾਹਿਬ ਸੇਵਕਾਂ ਦੇ ਨਾਲ, ਤੇ ਰਸਤੇ ਵਿੱਚ ਸ਼ਬਦ ਪੜ੍ਹਦੇ ਹੋਏ ਜਾ ਰਹੇ ਆ ਜੀ। ਕੀਰਤਨ ਕਰਦੇ ਹੋਏ ਜਾ ਰਹੇ ਆ ਤੇ ਦਰਿਆ ਦੇ ਇੱਕ ਪਾਰ ਖਲੋ ਕੇ ਪਹਿਲਾਂ ਹੀ ਕੀਰਤਨ ਕਰਨ ਦੇ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਆਏ ਆ ਖੁਸ਼ੀ ਦੇ ਵਿੱਚ, ਪਹਿਲਾਂ ਹੀ ਕੀਰਤਨ ਕਰਨ ਦੇ ਜੀ। ਹਾਂਜੀ, ਦਰਸ਼ਨ ਕਰੇ ਜਾਏ ਸੁਖ ਰਾਸੀ। ਉਧਰੋਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਧ ਸੰਗਤ ਜੀ ਉਹ ਵੀ ਇੱਧਰ ਆ ਰਹੇ ਆ। ਦਰਸ਼ਨ ਜਦੋਂ ਕੀਤੇ, ਹਾਂਜੀ, ਤਰਹਿ ਅਕੋਰ ਚਰਨ ਕੇ ਪਾਸੀ। ਬੜੀ ਖੁਸ਼ੀ ਵਧੀ ਜੀ। ਘੱਟੋ ਘੱਟ ਨਹੀਂ ਮਹਾਰਾਜ 5-6 ਮਹੀਨੇ ਬਾਹਰ ਲਾ ਕੇ ਆਏ ਜੀ ਸ੍ਰੀ ਗੁਰੂ ਅਮਰਦਾਸ ਜੀ। ਇੰਨੇ ਸਮੇਂ ਬਾਅਦ ਸੰਗਤਾਂ ਨੇ ਗੁਰੂ ਰਾਮਦਾਸ ਜੀ ਨੇ ਦਰਸ਼ਨ ਕੀਤੇ, ਭੇਟਾ ਚਰਨਾਂ 'ਚ ਰੱਖ ਕੇ ਮੱਥਾ ਟੇਕਿਆ ਜੀ। ਤੁਸੀਂ ਵੀ ਟੇਕੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਹਾਂਜੀ, ਸਭ ਕੀ ਕੁਸ਼ਲ ਬੂਝ ਸਤਕਾਰੇ। ਹਾਂਜੀ, ਰਾਮਦਾਸ ਸੋ ਬਾਕ ਉਚਾਰੇ। ਮਹਾਰਾਜ ਦਰਿਆ ਪਾਰ ਕਰ ਆਏ ਜੀ। ਤੇ ਇੱਕ ਬੰਨੇ ਗੁਰੂ ਰਾਮਦਾਸ ਜੀ ਖਲੋਤੇ ਆ, ਇੱਕ ਬੰਨੇ ਗੁਰੂ ਅਮਰਦਾਸ ਜੀ ਖਲੋਤੇ ਆ। ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਨੂੰ ਪੁੱਛਦੇ ਆ। ਗੱਲਾਂ ਵਿੱਚ ਵੇਖਿਓ ਕਿੰਨੀ ਸਿਆਣਪ ਹੈ। ਸਿਆਣੇ ਬੰਦੇ ਜਦੋਂ ਗੱਲਾਂ ਹੀ ਕਰਦੇ ਆ ਨਾ, ਉਹਨਾਂ ਦੀਆਂ ਗੱਲਾਂ ਬਚਨ ਹੁੰਦੇ ਆ ਜੀ। ਉਹਨਾਂ ਦੇ ਬਚਨਾਂ ਵਿੱਚ ਬੜੀ ਸਿੱਖਿਆ ਹੁੰਦੀ ਹੈ ਜੀ। ਮਹਾਰਾਜ ਗਰੀਬ ਨਵਾਜ ਸਭ ਕੀ ਕੁਸ਼ਲ ਬੂਝ ਸਤਕਾਰੇ। ਰਾਮਦਾਸ ਸੋ ਬਾਕ ਉਚਾਰੇ। ਮਹਾਰਾਜ ਗੁਰੂ ਰਾਮਦਾਸ ਜੀ ਨੂੰ ਪੁੱਛਦੇ ਆ ਸਾਰੇ ਠੀਕ ਠਾਕ ਨੇ, ਔਰ ਬੜੇ ਸਤਿਕਾਰ ਨਾਲ ਪੁੱਛਿਆ ਜੀ। ਭਾਵੇਂ ਆਪ ਗੁਰੂ ਨੇ, ਮਾਲਕ ਨੇ, ਬੜੇ ਵੱਡੇ ਨੇ, ਪਰ ਦੂਜਿਆਂ ਨੂੰ ਵੀ ਸਤਿਕਾਰ ਦੇ ਰਹੇ ਆ। ਸਾਰਿਆਂ ਬਾਰੇ ਪੁੱਛਿਆ ਰਾਮਦਾਸ ਜੀ, ਬਾਕੀ ਸੰਗਤਾਂ ਠੀਕ ਨੇ ਸਾਰੀਆਂ? ਹਾਂਜੀ। ਤੁਮ ਕੋ ਗਏ ਸੌਂਪ ਸਭ ਕਾਰੀ। ਤੁਹਾਨੂੰ ਅਸੀਂ ਸਾਰੀ ਜ਼ਿੰਮੇਵਾਰੀ ਸੌਂਪ ਕੇ ਗਏ ਸਾਂ।
ਹਾਂਜੀ। ਕੁਸ਼ਲ ਸੰਗ ਸੋ ਭਲੇ ਸੰਭਾਰੀ। ਸਾਨੂੰ ਦੱਸੋ ਪ੍ਰਬੰਧ ਵਿੱਚ ਕੋਈ ਢਿਲਾਈ ਤੇ ਨਹੀਂ ਆਈ, ਸਭ ਠੀਕ ਠਾਕ ਚੱਲਦਾ ਗਿਆ। ਹਾਂਜੀ। ਆਨੰਦ ਸਮੇਤ ਅਪਰ ਸਭ ਅਹੈ। ਬਾਕੀ ਸਾਰੇ ਠੀਕ ਠਾਕ ਨੇ। ਹਾਂਜੀ। ਗੋਇੰਦਵਾਲ ਵਿਖੇ ਜੇ ਰਹੈ। ਹੋਰ ਗੋਇੰਦਵਾਲ ਸਾਹਿਬ ਦੇ ਲੋਕ, ਆਮ ਲੋਕ ਜਿਹੜੇ ਵਸਦੇ ਆ, ਉਹ ਵੀ ਠੀਕ ਠਾਕ ਨੇ। ਗੱਜ ਕੇ ਆਖੋ ਵਾਹਿਗੁਰੂ। ਮੇਰੇ ਖਿਆਲ ਨਾਲ ਨਹੀਂ ਕੋਈ ਮਹੱਲੇ ਵਾਲਿਆਂ ਦਾ ਪਤਾ ਲੈਂਦਾ ਹੋਏਗਾ ਜੀ। ਹਾਂਜੀ। ਵੇਖੋ ਮਹਾਰਾਜ ਦਾ ਕਿੰਨਾ ਵੱਡਪਨ ਹੈ ਜੀ। ਲੰਮੇ ਸਮੇਂ ਬਾਅਦ ਆਏ ਹੈ। ਇੱਕ ਤੋਂ ਦਾ ਪਰਿਵਾਰ ਬਾਰੇ ਪੁੱਛਣਾ, ਸਾਰੀ ਨਗਰੀ ਬਾਰੇ ਹੀ ਪੁੱਛ ਰਹੇ ਜੀ। ਗੋਇੰਦਵਾਲ ਸਾਹਿਬ ਦੇ ਵਾਸੀ ਠੀਕ ਠਾਕ ਨੇ। ਹਾਂਜੀ। ਹਾਥ ਜੋਰ ਕਰ ਸਕਲ ਬਤਾਈ। ਵੇਖੋ ਅੱਗੋਂ ਹੁਣ ਗੁਰੂ ਰਾਮਦਾਸ ਜੀ ਬੋਲ ਰਹੇ ਆ ਜੀ, ਤੇ ਬੋਲਣ ਤੋਂ ਪਹਿਲਾਂ, ਬਚਨ ਕਰਨ ਤੋਂ ਪਹਿਲਾਂ ਹੱਥ ਜੋੜ ਲਏ ਜੀ। ਕਿਉਂ? ਪਤਾ ਮੈਂ ਵੱਡਿਆਂ ਨਾਲ ਗੱਲ ਕਰ ਰਿਹਾ। ਹੱਥ ਜੋੜ ਕੇ ਅੱਗੋਂ ਬੇਨਤੀ ਕਰਦੇ ਆ। ਹਾਂਜੀ। ਪ੍ਰਭ ਤੁਮਨੇ ਸਭ ਸੁਖ ਵਰਤਾਈ। ਗੱਜ ਕੇ ਆਖੋ ਵਾਹਿਗੁਰੂ। ਜਵਾਬ ਸੁਣੋ ਧਿਆਨ ਨਾਲ। ਪ੍ਰਭ ਤੁਮਨੇ ਸਭ ਸੁਖ ਵਰਤਾਈ। ਇਹ ਨਹੀਂ ਆਖਿਆ ਮਹਾਰਾਜ ਠੀਕ ਹੈ, ਇਸ ਤਰ੍ਹਾਂ ਨਹੀਂ ਆਖਿਆ। ਹੱਥ ਜੋੜ ਕੇ ਕਹਿੰਦੇ ਮੇਰੇ ਰੱਬ ਜੀ, ਸੱਚੇ ਪਾਤਸ਼ਾਹ, ਤੁਸੀਂ ਸਾਰੀ ਥਾਂ ਤੇ ਸੁੱਖ ਵਰਤਾਇਆ ਹੋਇਆ ਮਹਾਰਾਜ, ਤੁਹਾਡੀ ਕਿਰਪਾ ਨਾਲ ਸਭ ਠੀਕ ਠਾਕ ਹੈ। ਸੰਗਤ ਜੀ, ਜਿਹੜੇ ਸਿਆਣੇ ਪੁਰਸ਼ ਹੈ ਨਾ, ਉਹ ਹਰ ਗੱਲ ਵਿੱਚ ਗੁਰੂ ਦੀ ਕਿਰਪਾ ਨੂੰ ਅੱਗੇ ਰੱਖਦੇ ਜੀ। ਕਿਉਂ? ਜਦੋਂ ਗੁਰੂ ਦੀ ਕਿਰਪਾ ਨੂੰ ਅੱਗੇ ਰੱਖੋਗੇ, ਗੁਰੂ ਦੀ ਕਿਰਪਾ ਵਰਤਦੀ ਰਹੇਗੀ। ਹਾਂਜੀ। ਜਦੋਂ ਆਪਣੀ ਸਿਆਣਪ ਨੂੰ ਅੱਗੇ ਰੱਖੋਗੇ ਤੇ ਮੇਰੀ ਮੱਤ ਥੋੜ੍ਹੀ ਰਾਮ, ਸਾਡੀ ਮੱਤ ਤਾਂ ਅੱਗੇ ਥੋੜ੍ਹੀ ਹੈ ਜੀ। ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਨਾਲ ਗੋਇੰਦਵਾਲ ਸਾਹਿਬ ਵਿੱਚ ਸਭ ਕੁਝ ਠੀਕ ਠਾਕ ਹੈ ਮਹਾਰਾਜ। ਹਾਂਜੀ। ਜੇਤਕ ਜਿਸ ਤੇ ਕਾਰ ਕਰਾਈ, ਤੇਤਿਕ ਭਈ ਕੁਸ਼ਲ ਸਮੁਦਾਈ। ਹੇ ਸੱਚੇ ਪਾਤਸ਼ਾਹ, ਜਿਸ ਮਨੁੱਖ ਦੀ ਆਪ ਜਿੱਥੇ ਜ਼ਿੰਮੇਵਾਰੀ ਲਾ ਕੇ ਗਏ ਹੋ ਮਹਾਰਾਜ, ਉਹ ਉੱਥੇ ਸੇਵਾ ਕਰ ਰਿਹਾ ਜੀ। ਗੁਰੂ ਰਾਮਦਾਸ ਜੀ ਦੱਸ ਰਹੇ, ਸੰਗਤ ਜੀ ਸੇਵਾਦਾਰ ਤੇ ਅਸੀਂ ਵੀ ਹੈਗੇ ਮਹਾਰਾਜ ਦੇ ਜੀ। ਕੱਜ ਕੇ ਆਖੋ ਵਾਹਿਗੁਰੂ। ਅਸੀਂ ਵੀ ਸੇਵਾਦਾਰ ਹਾਂ। ਇਹ ਨਹੀਂ ਵੀ ਗੁਰਦੁਆਰੇ ਡਿਊਟੀ ਕਰਨ ਵਾਲਾ ਹੀ ਸੇਵਾਦਾਰ ਹੈ, ਸਾਰੇ ਹੀ ਆਪਾਂ ਗੁਰੂ ਦੇ ਸੇਵਾਦਾਰ ਹਾਂ ਜੀ। ਜਿਹਦੀ ਜਿੱਥੇ ਡਿਊਟੀ ਲਾਈ ਹੈ ਉੱਥੇ ਉਹ ਸੇਵਾ ਕਰੇ, ਇਹ ਬੜੀ ਵੱਡੀ ਗੱਲ ਹੈ ਜੀ। ਗੁਰੂ ਰਾਮਦਾਸ ਜੀ ਕਹਿੰਦੇ ਮਹਾਰਾਜ, ਜੇਤਿਕ ਜਿਸ ਤੇ ਕਾਰ ਕਰਾਈ, ਤੇਤਿਕ ਭਈ ਕੁਸ਼ਲ ਸਮੁਦਾਈ। ਜਿੱਥੇ ਜਿਹਦੀ ਜ਼ਿੰਮੇਵਾਰੀ ਲਾਈ ਮਹਾਰਾਜ ਬੜੀ ਕੁਸ਼ਲਤਾ ਦੇ ਨਾਲ ਉਹ ਨਿਭਾ ਰਿਹਾ। ਜਿਹਦੇ ਲੰਗਰ ਬਾਲਣ ਤੇ ਡਿਊਟੀ, ਉਹ ਬਾਲਣ ਲੈ ਕੇ ਆ ਰਿਹਾ ਜੀ। ਜਿਹਦਾ ਲੰਗਰ ਬਣਾਉਣ ਦੀ ਜ਼ਿੰਮੇਵਾਰੀ, ਉਹ ਲੰਗਰ ਬਣਾ ਰਿਹਾ ਜੀ। ਹਾਂਜੀ। ਜਿਹਦੀ ਵਿਛਾਈ ਦੀ ਜ਼ਿੰਮੇਵਾਰੀ, ਉਹ ਵਿਛਾਈ ਕਰ ਰਿਹਾ। ਮਹਾਰਾਜ ਤੁਹਾਡੀ ਕਿਰਪਾ ਨਾਲ ਸਾਰੇ ਲੱਗੇ ਹੋਏ ਆ। ਹਾਂਜੀ। ਇਮ ਮਿਲ ਸਕਲ ਨਰਨ ਕੇ ਸਾਥ। ਫਿਰ ਹੋਰ ਮਨੁੱਖ ਆਏ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਮਿਲਣ ਵਾਸਤੇ। ਇਹ ਬਿਆਸ ਦੇ ਉਸ ਪਾਸੇ ਚਲੇ ਗਏ ਗੁਰੂ ਰਾਮਦਾਸ ਜੀ ਦੀ, ਦਰਿਆ ਦੇ ਉਸ ਪਾਰ ਗਏ ਮਹਾਰਾਜ ਨੂੰ ਲੈਣ ਵਾਸਤੇ। ਜਿਹੜੇ ਗੋਇੰਦਵਾਲ ਸਾਹਿਬ ਦੇ ਹੋਰ ਲੋਕ ਸਨ ਨਾ, ਮਹਾਰਾਜ ਉਹਨਾਂ ਨੂੰ ਵੀ ਬੜੇ ਪ੍ਰੇਮ ਨਾਲ ਮਿਲਦੇ ਆ ਜੀ। ਇਹ ਨਹੀਂ ਵੀ ਰਾਮਦਾਸ ਜੀ ਸਾਡੇ ਜਵਾਈ ਤੇ ਇਹਨਾਂ ਨੂੰ ਮਿਲ ਦਈਏ, ਬਾਕੀਆਂ ਨੂੰ ਰਹਿਣ ਦਈਏ। ਮਹਾਰਾਜ ਉਹਨਾਂ ਨਾਲ ਵੀ ਬੜੇ ਪ੍ਰੇਮ ਨਾਲ ਮਿਲਦੇ ਆ, ਬੜੇ ਪ੍ਰੇਮ ਨਾਲ ਬਚਨ ਕਰਦੇ ਆ, ਸਾਰਿਆਂ ਨੂੰ ਹਾਲ ਚਾਲ ਪੁੱਛਦੇ ਮਹਾਰਾਜ। ਹਾਂਜੀ। ਉਤਰੇ ਪਾਰ ਬਿਪਾਸਾ ਨਾਥ। ਫਿਰ ਸੱਚੇ ਪਾਤਸ਼ਾਹ ਮਾਲਕ ਸਤਿਗੁਰੂ ਬੇੜੀ ਦੇ ਵਿੱਚ ਬੈਠੇ ਐ, ਨਾਲ ਗੁਰੂ ਰਾਮਦਾਸ ਜੀ ਬੈਠੇ ਐ, ਤੇ ਮਹਾਰਾਜ ਨੇ ਬਿਆਸ ਦਰਿਆ ਪਾਰ ਕੀਤਾ ਜੀ। ਵੇਖੋ ਦਰਿਆ ਵੀ ਭਾਗਾਂ ਵਾਲਾ ਜੀ। ਮਹਾਰਾਜ ਬੇੜੀ 'ਚ ਬੈਠ ਕੇ ਇੱਧਰੋਂ ਆਉਣੂ ਤੇ ਉੱਧਰੋਂ ਐਣੂ ਆਉਂਦੇ ਰਹੇ ਜੀ। ਹਾਂਜੀ। ਪੁਰ ਮਹਿ ਪਰਵਿਸ਼ੇ ਮੰਗਲ ਕਰਤੇ। ਉਧਰ ਜਦੋਂ ਮਹਾਰਾਜ ਆਏ ਆ ਗੋਇੰਦਵਾਲ ਸਾਹਿਬ 'ਚ, ਤੇ ਗੋਇੰਦਵਾਲ ਸਾਹਿਬ ਵਾਲਿਆਂ ਨੂੰ ਬੜਾ ਚਾਅ, ਫੁੱਲਾਂ ਦੀਆਂ ਮਾਲਾ ਲੈ ਕੇ ਆਏ, ਫੁੱਲ ਸਜਾਏ, ਵਰਖਾ ਕਰਦੇ, ਬੜਾ ਚਾਅ ਮਨਾ ਰਹੇ ਵੀ ਸੱਚੇ ਪਾਤਸ਼ਾਹ ਵਾਪਸ ਆਏ ਆ। ਹਾਂਜੀ। ਦਰਸ ਹੈ ਤ੍ਰਿਯ ਨਰ ਹਰਿ ਸੋ ਧਰਤੇ। ਇਸਤਰੀ ਪੁਰਸ਼ ਬੱਚੇ ਬਜ਼ੁਰਗ
ਜਿਹੜਾ ਨਹੀਂ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਕੇ ਆਨੰਦ ਹੀ ਲੈ ਰਿਹਾ ਜੀ, ਆਨੰਦ ਲੈ ਰਿਹਾ, ਫੁੱਲਾਂ ਦੀ ਵਰਖਾ ਕਰਦੇ। ਮੈਂ ਪਿੱਛੇ ਜੇ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ, ਅੱਜ ਫਿਰ ਕਰ ਦੇਣਾ। ਹਜੂਰ ਸਾਹਿਬ ਦੇ ਜਥੇਦਾਰ ਢਿੱਲੇ ਹੋਏ ਜੀ, ਬਾਬਾ ਕੁਲਵੰਤ ਸਿੰਘ ਜੀ, ਪਿੱਛੇ ਜੇ ਉਹਨਾਂ ਦੀ ਸਿਹਤ ਢਿੱਲੀ ਹੋ ਗਈ ਤੇ ਉਹ ਬਾਹਰ ਗਏ ਜੀ ਇਲਾਜ ਕਰਾਉਣ ਲਈ, ਮੁੰਬਈ ਦੀ ਉੱਥੋਂ। ਤੇ ਜਦੋਂ ਉਹ ਇਲਾਜ ਕਰਾ ਕੇ ਸਹੀ ਹੋ ਕੇ ਰਾਜੀ ਖੁਸ਼ੀ ਹੋ ਕੇ ਵਾਪਸ ਆਏ ਨਾ ਜੀ, ਜਿਸ ਤਰੀਕੇ ਦਾ ਉਹਨਾਂ ਦਾ ਸਵਾਗਤ ਕੀਤਾ ਜੀ, ਉਹ ਸਾਨੂੰ ਇਹ ਗੱਲ ਦਰਸਾਉਂਦਾ ਗੁਰੂ ਅਮਰਦਾਸ ਸਾਹਿਬ ਇੰਨੇ ਦਿਨਾਂ ਬਾਅਦ ਆਏ, ਮਹੀਨਿਆਂ ਬਾਅਦ ਆਏ। ਉਹ ਤੇ ਸੇਵਾਦਾਰ ਨੇ ਬਾਬਾ ਕੁਲਵੰਤ ਸਿੰਘ ਜੀ, ਤੇ ਗੁਰੂ ਅਮਰਦਾਸ ਸਾਹਿਬ ਤੇ ਬੜੀ ਵੱਡੀ ਗੱਲ ਸੀਗੀ ਜੀ। ਲੋਕਾਂ ਦੇ ਅੰਦਰ ਬੜਾ ਹੀ ਚਾਅ ਵੀ ਬਾਬਾ ਜੀ ਰਾਜੀ ਖੁਸ਼ੀ ਹੋ ਕੇ ਵਾਪਸ ਆਏ ਜੀ, ਬੜਾ ਹੀ ਚਾਅ। ਤੇ ਤੁਸੀਂ ਅੰਦਾਜ਼ਾ ਲਾਓ ਜਦੋਂ ਗੁਰੂ ਸਾਹਿਬ ਵਾਪਸ ਆਏ ਹੋਣਗੇ ਉਦੋਂ ਕਿੰਨਾ ਚਾਅ ਹੋਇਆ ਹੋਏਗਾ ਜੀ। ਸੰਗਤਾਂ ਨੇ ਬੜਾ ਹੀ ਚਾਅ ਕੀਤਾ, ਬੜੀਆਂ ਹੀ ਖੁਸ਼ੀਆਂ ਮਨਾਈਆਂ। ਆਏ ਬਿਰਾਜੇ ਆਪਨ ਸਥਾਨ। ਮਹਾਰਾਜ ਸਾਰੀ ਨਗਰੀ ਚੋਂ ਫੇਰਾ ਲਾ ਕੇ ਸਾਰਿਆਂ ਨੂੰ ਦਰਸ਼ਨ ਦੇ ਕੇ ਸਤਿਗੁਰੂ ਆਪਣੇ ਅਸਥਾਨ ਤੇ ਆ ਕੇ ਬਿਰਾਜੇ ਜੀ। ਹਾਂਜੀ, ਮੰਗਲ ਹੋਤ ਅਨੇਕ ਵਿਧਾਨ। ਲਓ ਜੀ, ਉਸ ਦਿਨ ਤੇ ਖੁਸ਼ੀਆਂ ਹੀ ਹੋਰ ਸਨ, ਉਸ ਦਿਨ ਤੇ ਹਵਾ ਹੀ ਹੋਰ ਸੀਗੀ। ਬੜੀਆਂ ਹੀ ਖੁਸ਼ੀਆਂ ਲੋਕਾਂ ਮਨਾਈਆਂ, ਬੜਾ ਚਾਅ ਕਰ ਰਹੇ ਆ, ਸ਼ਬਦ ਪੜ੍ਹਦੇ ਆ, ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ। ਭਾਵੇਂ ਇਹ ਦੂਜੇ ਸਤਿਗੁਰਾਂ ਦੀ ਬਾਣੀ ਹੈ, ਗੁਰੂ ਅਰਜਨ ਦੇਵ ਜੀ ਦਾ ਸ਼ਾਇਦ ਇਹ ਸ਼ਬਦ ਹੈ, ਪਰ ਸੰਗਤਾਂ ਦੇ ਅੰਦਰ ਦਾ ਚਾਅ ਇਹੋ ਹੀ ਹੈ, ਸਾਡੇ ਵੱਡੇ ਭਾਗ ਅੱਜ ਮਹਾਰਾਜ ਵਾਪਸ ਆਏ ਆ। ਹਾਂਜੀ, ਜੋ ਗ੍ਰਾਮਨ ਕੇ ਸੰਗੀ ਹੁਤੇ। ਉਹ ਜਿਹੜੇ ਪਿੰਡ ਦੇ ਲੋਕ ਸਨ, ਹੋਰ ਨਾਲ ਦੇ ਪਿੰਡ ਦੇ ਲੋਕ ਸਨ, ਘਰ ਬੰਧਨ ਕਰ ਗਮਨੇ ਤਿਤੇ। ਉਹ ਵੀ ਉਚੇਚਾ ਮਹਾਰਾਜ ਦੇ ਦਰਸ਼ਨ ਕਰਨ ਗੋਇੰਦਵਾਲ ਸਾਹਿਬ ਪਹੁੰਚ ਰਹੇ ਆ, ਆਉਂਦੇ ਆ, ਮੱਥਾ ਟੇਕਦੇ ਆ, ਲੰਗਰ ਛਕਦੇ ਆ, ਘਰਾਂ ਨੂੰ ਜਾ ਰਹੇ ਆ। ਹਾਂਜੀ, ਸੋ ਜਸ ਕਰਤ ਬਹੁ ਸਤਿਗੁਰ ਕੇਰਾ। ਮਹਾਰਾਜ ਦਾ ਬੜਾ ਹੀ ਸੁਜਸ ਕਰਦੇ, ਗੱਜ ਕੇ ਆਖੋ ਵਾਹਿਗੁਰੂ। ਕਿਉਂ? ਦਰਸ਼ਨ ਕਰਕੇ ਠੰਡ ਹੀ ਬੜੀ ਪੈਂਦੀ ਹੈ, ਦਰਸ਼ਨ ਕਰਕੇ ਸ਼ਾਂਤੀ ਬੜੀ ਮਿਲਦੀ ਹੈ, ਤੇ ਸੰਗਤਾਂ ਬੜਾ ਹੀ ਜਸ ਮਹਾਰਾਜ ਦਾ ਕਰ ਰਹੀਆਂ ਜੀ। ਹਾਂਜੀ, ਫੈਲਿਓ ਦੇਸ ਵਿਦੇਸ ਬਡੇਰਾ। ਆਸੇ ਪਾਸੇ ਦੇਸ਼ਾਂ ਵਿਦੇਸ਼ਾਂ ਵਿੱਚ ਖਬਰਾਂ ਪਹੁੰਚ ਗਈਆਂ, ਮਹਾਰਾਜ ਗੋਇੰਦਵਾਲ ਸਾਹਿਬ ਵਾਪਸ ਆ ਗਏ ਆ। ਹਾਂਜੀ, ਕਰਤ ਅਨਕ ਜੀਵਨ ਕਲਿਆਣ। ਬੜੇ ਜੀਵਾਂ ਦਾ ਕਲਿਆਣ ਭਲਾ ਮਹਾਰਾਜ ਕਰਦੇ, ਦਰਸ਼ਨ ਦੇ ਕੇ ਹੀ ਕਰ ਦਿੰਦੇ ਜੀ। ਹਾਂਜੀ, ਦਇਓ ਸਬਿਤਾਵਹਿ ਗੁਰ ਭਗਵਾਨ। ਬੇਅੰਤਾਂ ਦਾ ਭਲਾ ਕਰਦੇ ਕਰਦੇ ਸੱਚੇ ਪਾਤਸ਼ਾਹ ਮਹਾਰਾਜ ਦਿਨ ਸਫਲੇ ਕਰਨ ਦੇ ਆ। ਗੁਰੂ ਸਾਹਿਬ ਤੇ ਬੜੇ ਵੱਡੇ ਆ। ਅੱਗੋਂ ਹੁਣ ਸਾਖੀ ਦੂਜੀ ਤੁਰ ਰਹੀ ਹੈ। ਗੁਰੂ ਸਾਹਿਬ ਤੇ ਬਹੁਤ ਵੱਡੇ ਨੇ ਪਿਆਰਿਓ। ਕੋਈ ਨਾਮ ਜਪਣ ਵਾਲਾ ਆਮ ਪੁਰਸ਼ ਹੀ ਹੋਵੇ ਨਾ, ਸਾਧੂ ਸੰਤ ਮਹਾਤਮਾ, ਉਹੋ ਹੀ ਲੋਕਾਂ ਦਾ ਬੜਾ ਭਲਾ ਕਰ ਦਿੰਦੇ ਜੀ। ਰੱਬ ਦੇ ਪਿਆਰੇ ਸੰਤ, ਗੁਰਮੁਖ ਕਮਾਈ ਵਾਲੇ, ਉਹ 2 ਵਜੇ ਦਰਿਆ ਤੇ ਇਸ਼ਨਾਨ ਕਰਨ ਜਾ ਰਹੇ। ਇੱਕ ਬੰਦਾ ਸਾਹਮਣੇੋਂ ਮਿਲਿਆ ਜੀ। ਸੰਤਾਂ ਨੇ ਉਹਨੂੰ ਪੁੱਛਿਆ ਵੀ ਤੂੰ ਕੌਣ ਹੈ? ਉਹ ਚੁੱਪ ਰਿਹਾ ਜੀ, ਧਿਆਨ ਨਾ ਸੁਣਿਓ। ਸੰਤ ਫਿਰ ਕਹਿੰਦੇ ਤੂੰ ਦੱਸ ਕੌਣ ਹੈ? ਉਹ ਫਿਰ ਚੁੱਪ ਜੀ। ਤੀਜੀ ਵਾਰੀ ਸੰਤਾਂ ਨੇ ਫਿਰ ਉਹਨੂੰ ਪੁੱਛਿਆ ਵੀ ਤੂੰ ਕੌਣ ਹੈ? ਤੇ ਪਿਆਰਿਓ ਬੰਦਾ ਬੋਲਿਆ, ਕਹਿਣ ਲੱਗਾ ਸਰਕਾਰਾਂ ਜ਼ੋਰ ਲਾ ਲਾ ਹਟ ਗਈਆਂ, ਸਿਪਾਹੀ ਕੁੱਟ ਕੇ ਹਟ ਗਏ, ਮੈਂ ਨਹੀਂ ਮੰਨਿਆ, ਪਰ ਮੈਂ ਤੁਹਾਨੂੰ ਦੱਸਣ ਲੱਗਾ ਵੀ ਮੈਂ ਚੋਰ ਹਾਂ। ਕਹਿਣ ਲੱਗਾ, ਗੱਜ ਕੇ ਆਖੋ ਵਾਹਿਗੁਰੂ। ਕਹਿੰਦਾ ਮੈਂ ਨਹੀਂ ਸੀ ਅੱਜ ਤੱਕ ਬੋਲਿਆ, ਪਤਾ ਨਹੀਂ, ਕਹਿੰਦਾ ਤੁਹਾਡੇ 'ਚ ਕੀ ਗੱਲ ਹੈ, ਮੈਂ ਝੂਠ ਨਹੀਂ ਬੋਲ ਸਕਦਾ। ਸੰਤ ਕਹਿੰਦੇ ਵੀ ਚੋਰੀ ਕਰਨੀ ਤੇ ਬੜੀ ਮਾੜੀ ਗੱਲ ਹੈ, ਲੋਕ ਮਸਾਂ ਮਾਇਆ ਕਮਾਉਂਦੇ ਆ, ਤੁਸੀਂ ਇੱਕੋ ਰਾਤ 'ਚ ਕਈ ਵਾਰੀ ਸਾਰੀ ਜ਼ਿੰਦਗੀ ਦਾ ਕਮਾਇਆ ਚੁੱਕ ਲਿਆਉਂਦੇ ਹੋ ਲੋਕਾਂ ਦੇ ਘਰਾਂ 'ਚੋਂ। ਉਹ ਕਹਿੰਦਾ ਜੀ ਕੀ ਕਰੀਏ?
ਸੰਤ ਕਹਿੰਦੇ ਵੀ ਚੋਰੀ ਨਾ ਕਰ, ਨਾ ਕਰਿਆ ਕਰ। ਉਹ ਕਹਿੰਦਾ ਮਹਾਂਪੁਰਖੋ ਤੁਹਾਡੇ ਦਰਸ਼ਨ ਕਰਕੇ ਮੈਨੂੰ ਆਨੰਦ ਆਇਆ, ਪਰ 14 ਪੁਸ਼ਤਾਂ ਤੋਂ ਚੋਰੀ ਕਰਨ ਹੈ ਤੇ ਬੜਾ ਔਖਾ ਸਿੱਖਿਆ ਚੋਰੀ ਕਰਨੀ ਮੈਂ ਆਪਣੇ ਬਾਪ ਕੋਲੋਂ। ਬੜੀ ਮਾਰ ਕਟਾਪਾ ਖਾਦਾ, ਕਈ ਵਾਰੀ ਮੈਂ ਮਸਾਂ ਹੀ ਬਚਿਆ, ਮਸਾਂ ਹੀ। ਤੇ ਤੁਸੀਂ ਇਸ ਤਰ੍ਹਾਂ ਨਾ ਕਰੋ, ਇਹ ਬਚਨ ਨਾ ਕਰੋ। ਹੁਣ ਸੰਤਾਂ ਸੋਚਣਾ ਸੀ ਵੀ ਇਹਦਾ ਭਲਾ ਵੀ ਕਰਨਾ ਕਿਸੇ ਤਰੀਕੇ ਨਾਲ। ਸੰਤ ਕਹਿਣ ਲੱਗੇ ਫਿਰ ਇੱਕ ਕੰਮ ਕਰ, ਸੱਚ ਬੋਲਿਆ ਕਰ। ਉਹ ਕਹਿੰਦਾ ਠੀਕ ਹੈ ਮਹਾਰਾਜ, ਇਹ ਕੰਮ ਮੈਂ ਕਰ ਸਕਦਾ, ਸੱਚ ਮੈਂ ਬੋਲਿਆ ਕਰਾਂਗਾ, ਪਰ ਚੋਰੀ ਜ਼ਰੂਰ ਕਰਨੀ ਹੈ। ਸੰਤ ਕਹਿੰਦੇ ਸੱਚ ਬੋਲਿਆ ਕਰ। ਸੰਤ ਇਸ਼ਨਾਨ ਕਰਨ ਚਲੇ ਗਏ ਤੇ ਨਾਮ ਜਪਣ ਲੱਗ ਪਏ। ਚੋਰ ਚੋਰੀ ਕਰਨ ਲੱਗ ਪਿਆ ਜੀ, ਭਾਵ ਚੋਰੀ ਲਈ ਨਿਕਲਿਆ। ਤੇ ਕੁਦਰਤੀ ਉਹਨੂੰ ਬੰਦਾ ਮਿਲਿਆ ਜੀ, ਇੱਕ ਅੱਧੀ ਰਾਤ ਉਹ ਬੰਦਾ ਮਿਲ ਪਿਆ। ਤੁਹਾਨੂੰ ਪਤਾ 2-2:30 ਵਜੇ ਰਾਤ ਹੁੰਦੀ ਹੈ। ਤੁਸੀਂ ਵੇਖੋ ਵੀ ਇੱਕ ਸੰਤ ਨੂੰ ਮਿਲਣ ਨਾਲ ਬੰਦੇ ਦਾ ਭਲਾ ਹੋ ਸਕਦਾ। ਤੇ ਗੁਰੂ ਅਮਰਦਾਸ ਜੀ ਤੇ ਆਪ ਪਰਮੇਸ਼ਰ ਨੇ, ਆਪ ਰੱਬ ਨੇ। ਚੋਰ ਨੂੰ ਬੰਦਾ ਮਿਲਿਆ ਜੀ। ਉਹ ਬੰਦਾ ਕੋਈ ਹੋਰ ਨਹੀਂ ਸੀਗਾ ਜੀ, ਉਹ ਬੰਦਾ ਉਸ ਨਗਰ ਦਾ ਰਾਜਾ ਸੀਗਾ ਜੀ। ਉਹ ਭੇਸ ਬਦਲਾ ਕੇ ਤੇ ਤੁਰਿਆ ਫਿਰਦਾ ਸੀਗਾ ਵੀ ਕੋਈ ਦੁਖੀ ਬੰਦਾ ਵਿਖੇ ਤੇ ਮੈਂ ਉਹਦੀ ਮਦਦ ਕਰਾਂ। ਕਈ ਰਾਜੇ ਵੀ ਬੜੇ ਚੰਗੇ ਹੁੰਦੇ ਆ। ਰਾਜਾ ਪੁੱਛਦਾ ਤੂੰ ਕੌਣ ਹੈ? ਤੇ ਹੁਣ ਉਹਨੇ ਸੰਤਾਂ ਨੂੰ ਆਖਿਆ ਸੀ ਸੱਚ ਬੋਲਾਂਗਾ, ਝੂਠ ਬੋਲ ਨਹੀਂ ਸੀ ਸਕਦਾ। ਰਾਜੇ ਨੇ ਵੀ ਭੇਸ ਬਦਲਿਆ ਸੀ, ਚੋਰ ਨੂੰ ਨਹੀਂ ਸੀ ਪਤਾ ਵੀ ਇਹ ਰਾਜਾ ਹੈ। ਚੋਰ ਅੱਗੋਂ ਉਹਨੂੰ ਕਹਿਣ ਲੱਗਾ ਮੈਂ ਚੋਰ ਹਾਂ। ਰਾਜਾ ਕਹਿੰਦਾ ਇੰਜ ਥੋੜੀ ਚੋਰ ਬੋਲਦੇ ਹੁੰਦੇ ਵੀ ਮੈਂ ਚੋਰ ਹਾਂ। ਉਹ ਕਹਿੰਦਾ ਮੈਂ ਅੱਜ ਇੱਕ ਸੰਤਾਂ ਨੂੰ ਮਿਲ ਕੇ ਆਇਆ ਤੇ ਮੈਂ ਬਚਨ ਦਿੱਤਾ ਵੀ ਝੂਠ ਨਹੀਂ ਬੋਲਣਾ। ਰਾਜਾ ਕਹਿੰਦਾ ਅੱਛਾ। ਰਾਜਾ ਕਹਿੰਦਾ ਫਿਰ ਮੈਂ ਵੀ ਚੋਰ ਹਾਂ, ਪਰਖਣਾ ਸੀ ਨਾ। ਚੋਰ ਕਹਿੰਦਾ ਵਾਹ ਵਾਹ ਵਾਹ, ਸਾਰੀ ਉਮਰ ਕੱਲਿਆਂ ਖੱਪਦੇ ਮਰ ਗਏ, ਸਾਥੀ ਨਹੀਂ ਕੋਈ ਮਿਲਿਆ। ਅੱਜ ਸੰਤਾਂ ਦੇ ਦਰਸ਼ਨ ਕੀਤੇ ਤੇ ਸਾਥੀ ਵੀ ਮਿਲ ਗਿਆ। ਗੱਜ ਕੇ ਆਖੋ ਮਿਹਰ ਹੋ ਗਈ। ਕਹਿਣ ਲੱਗਾ ਠੀਕ ਹੈ ਅੱਜ ਰਲ ਕੇ ਚੋਰੀ ਕਰਾਂਗੇ। ਪਰ ਉਹਨਾਂ 'ਚ ਇੱਕ ਸਹਿਮਤੀ ਹੋਈ ਜੀ। ਸਹਿਮਤੀ ਇਹ ਹੋਈ ਵੀ ਤੂੰ ਮੇਰਾ ਨਾਮ ਨਹੀਂ ਪੁੱਛਣਾ, ਮੈਂ ਤੇਰਾ ਨਹੀਂ ਪੁੱਛਣਾ, ਤੇ ਤੂੰ ਮੇਰਾ ਰਹਿਣ ਦਾ ਥਾਂ ਟਿਕਾਣਾ ਨਹੀਂ ਪੁੱਛਣਾ, ਮੈਂ ਤੇਰਾ ਨਹੀਂ ਪੁੱਛਣਾ। ਤੇ ਅੱਜ ਆਪਾਂ ਚੋਰੀ ਰਲ ਕੇ ਕਰਨੀ ਹੈ। ਰਾਜਾ ਵੀ ਕਹਿੰਦਾ ਠੀਕ ਹੈ। ਅੱਗੋਂ ਰਾਜਾ ਬੋਲਿਆ ਚੋਰ ਨੂੰ, ਕਹਿਣ ਲੱਗਾ ਇਕੱਠੇ ਹੋਏ ਆ ਤੇ ਚੋਰੀ ਆਮ ਮਾੜੀ ਮੋਟੀ ਕਰਨ ਦਾ ਕੀ ਫਾਇਦਾ, ਚੋਰੀ ਵੱਡੀ ਕਰੀਏ ਅਸੀਂ। ਉਹ ਕਹਿੰਦਾ ਠੀਕ ਹੈ। ਰਾਜਾ ਕਹਿਣ ਲੱਗਾ ਵੀ ਮੇਰੇ ਭੇਤੀ ਨੇ ਸਾਰੇ, ਰਾਹ ਮੈਨੂੰ ਪਤਾ ਸਾਰੇ, ਰਾਜੇ ਦੇ ਦਰਵਾਜ਼ਿਆਂ ਦੇ ਰਾਹ ਮੈਨੂੰ ਪਤਾ, ਉਹਦੇ ਖਜ਼ਾਨੇ ਦਾ ਮੈਨੂੰ ਪਤਾ, ਤੇ ਤੈਨੂੰ ਮੈਂ ਰਾਹ ਤੇ ਤੋਰਦਾ ਤਾਂ ਤੂੰ ਅੱਜ ਰਾਜੇ ਦੀ ਚੋਰੀ ਕਰ। ਉਹ ਚੋਰ ਕਹਿੰਦਾ ਠੀਕ ਹੈ। ਉਹ ਹੁਣ ਰਾਜਾ ਹੀ, ਸਿਪਾਹੀਆਂ ਨੂੰ ਪਤਾ ਸੀਗਾ ਵੀ ਇਹ ਰਾਜਾ ਹੈ, ਭੇਸ ਬਦਲ ਰਿਹਾ। ਰਾਜਾ ਉਹਨੂੰ ਮਹਿਲਾਂ ਦੇ ਅੰਦਰ ਲੈ ਗਿਆ ਤੇ ਜਿੱਥੇ ਖਜ਼ਾਨਾ ਸੀ ਨਾ ਉੱਥੇ ਲੈ ਗਿਆ ਜੀ। ਲੁੱਕ ਲੁਕਾਉਂਦੇ ਉੱਥੇ ਲੈ ਗਿਆ। ਤੇ ਅੱਗੇ ਜਿੱਧਰ ਖਜ਼ਾਨਾ ਸੀ, ਰਾਜਾ ਕਹਿੰਦਾ ਮੈਂ ਬਾਹਰ ਖਲੋ ਕੇ ਇੰਤਜ਼ਾਰ ਕਰਦਾ ਤੇਰਾ, ਤੂੰ ਅੰਦਰ ਜਾ ਕੇ ਚੋਰੀ ਕਰਕੇ ਆਉਣੀ ਹੈ। ਉਹ ਕਹਿੰਦਾ ਠੀਕ ਹੈ। ਅੰਦਰ ਹੀਰੇ ਮੋਤੀ ਜਵਾਹਰਾਤ ਗਹਿਣੇ ਪਏ ਐ। ਚੋਰ ਸਾਰਿਆਂ ਨੂੰ ਹੱਥ ਲਾਉਂਦਾ ਤੇ ਹੱਥ ਚੁੱਕ ਲੈਂਦਾ ਜੀ। ਪਤਾ ਕਿਉਂ? ਉਹਨਾਂ ਸੰਤਾਂ ਦੀ ਕਮਾਈ ਬੜੀ ਸੀਗੀ ਜੀ। ਉਹਨਾਂ ਦੇ ਬਚਨ ਜਿਹੜੇ ਸੀ ਨਾ, ਉਹ ਚੋਰ ਦੇ ਕੰਨਾਂ 'ਚ ਗੂੰਜਦੇ ਸੀ ਵੀ ਚੋਰੀ ਨਹੀਂ ਕਰਨੀ। ਚੋਰ ਚੀਜ਼ ਚੁੱਕੇ ਤੇ ਰੱਖ ਦੇਵੇ, ਚੀਜ਼ ਚੁੱਕੇ ਤੇ ਰੱਖ ਦੇਵੇ। ਹੁਣ ਉਹ ਸੋਚਦਾ ਵੀ ਮੇਰਾ ਤਾਂ ਜੀ ਨਹੀਂ ਕਰਨ ਦਿਆ, ਤੇ ਜਿਹੜਾ ਬਾਹਰ ਸਾਥੀ ਬੈਠਾ ਉਹ ਕੀ ਆਖੇਗਾ। 7 ਲਾਲ ਪਏ ਸਨ
4 ਲਾਲ ਉਹਨੇ ਚੁੱਕ ਲਏ ਜੀ। ਗੱਜ ਕੇ ਆਖੋ ਵਾਹਿਗੁਰੂ। 4 ਲਾਲ ਉਹਨੇ ਚੁੱਕ ਲਏ ਤੇ ਬਾਹਰ ਆਇਆ ਤੇ ਰਾਜੇ ਨੂੰ ਕਹਿਣ ਲੱਗਾ ਵੀ ਆ ਲੈ 2 ਲਾਲ ਤੇਰੇ ਤੇ 2 ਮੇਰੇ। ਉਹ ਕਹਿੰਦਾ ਇੰਨਾ ਕੁਝ ਅੰਦਰ ਪਿਆ ਸੀ, ਹੋਰ ਨਹੀਂ ਉਹ ਚੁੱਕਿਆ। ਕਹਿੰਦਾ ਪਤਾ ਨਹੀਂ ਕੀ ਗੱਲ, ਉਹਨਾਂ ਦੇ ਦਰਸ਼ਨ ਕੀਤੇ ਨਾ, ਹੁਣ ਮੇਰਾ ਚੋਰੀ ਨੂੰ ਜੀ ਨਹੀਂ ਕਰਨ ਦਿਆ। ਤੁਸੀਂ ਵੇਖੋ, ਇਹ ਇੱਕ ਨਾਮ ਜਪਣ ਵਾਲੇ ਬੰਦੇ ਦੀ ਗੱਲ ਹੈ, ਤੇ ਜਿਹੜਾ ਆਪ ਪ੍ਰਤੱਖ ਗੁਰੂ ਅਮਰਦਾਸ ਜੀ ਦੇ ਜਾ ਕੇ ਦਰਸ਼ਨ ਕਰਦਾ ਹੋਏਗਾ, ਕਿੱਡੀ ਵੱਡੀ ਕਿਰਪਾ ਵਰਤਦੀ ਹੋਏਗੀ ਜੀ। ਚੋਰ ਕਹਿੰਦਾ ਵੀ ਆ 2 ਲਾਲ ਤੂੰ ਰੱਖ ਲੈ, 2 ਮੈਂ ਰੱਖ ਲੈਣਾ, ਆਪਣਾ ਹਿਸਾਬ ਕਿਤਾਬ ਇੱਥੋਂ ਤੱਕ ਹੀ ਹੈ। ਰਾਜੇ ਨੂੰ ਭਰੋਸਾ ਸੀ ਵੀ ਇਹ ਬੰਦਾ ਝੂਠ ਨਹੀਂ ਬੋਲਦਾ ਹੋਏਗਾ, ਇਹ ਬੰਦਾ ਸੱਚ ਬੋਲ ਰਿਹਾ। ਉਹਨੂੰ ਭੇਜਤਾ। ਰਾਜੇ ਨੇ ਉਸੇ ਵੇਲੇ ਆਸੇ-ਪਾਸੇ ਸਿਪਾਹੀਆਂ ਨੂੰ ਹੁਕਮ ਕਰਤਾ ਵੀ ਅੱਜ ਇਸੇ ਸਮੇਂ ਤੋਂ ਨਗਰ ਤੋਂ ਬਾਹਰ ਕੋਈ ਬੰਦਾ ਨਾ ਜਾਵੇ। ਦਿਨ ਚੜ੍ਹਦਿਆਂ ਸਾਰੇ ਬੰਦੇ ਮੇਰੇ ਅੱਗੇ ਪੇਸ਼ ਕਰੋ। ਦਿਨੇ ਰਾਜੇ ਨੇ ਪੋਸ਼ਾਕ ਬਦਲ ਲਈ ਤੇ ਦਰਬਾਰ ਲਾ ਕੇ ਬਹਿ ਗਿਆ। ਰਾਜਾ ਕਹਿੰਦਾ ਚੋਰੀ ਹੋਈ ਹੈ ਤੇ ਆਪਾਂ ਚੋਰ ਲੱਭਣਾ। ਕਰਦਿਆਂ ਕਰਦਿਆਂ ਬੰਦਿਆਂ ਦੀ ਤਲਾਸ਼ੀ ਹੋ ਰਹੀ ਹੈ ਤੇ ਚੋਰ ਵੀ ਲਾਈਨ 'ਚ ਉਸ ਲੱਗਾ ਸੀ, ਭੱਜ ਨਹੀਂ ਸੀ ਸਕਿਆ। ਉਹ ਵੀ ਲਾਈਨ 'ਚ ਲੱਗਾ। ਰਾਜਾ ਪੁੱਛਦਾ ਤੂੰ ਕੌਣ ਹੈ, ਤੈਨੂੰ ਅੱਗੇ ਨਹੀਂ ਕਦੀ ਵੇਖਿਆ। ਉਹ ਕਹਿੰਦਾ ਜੀ ਮੈਂ ਚੋਰ ਹਾਂ। ਗੱਜ ਕੇ ਆਖੋ ਵਾਹਿਗੁਰੂ। ਝੂਠ ਨਹੀਂ ਬੋਲਣਾ ਸੀ ਨਾ ਜੀ। ਕਹਿੰਦਾ ਜੀ ਮੈਂ ਚੋਰ ਹਾਂ। ਕਹਿਣ ਲੱਗਾ ਰਾਤ ਦੀ ਚੋਰੀ ਤੂੰ ਕੀਤੀ? ਕਹਿਣ ਲੱਗਾ ਹਾਂ। ਕੀ ਚੋਰੀ ਕੀਤੀ? ਕਹਿਣ ਲੱਗਾ 4 ਲਾਲ ਚੁੱਕੇ ਸੀ, 2 ਮੇਰੇ ਕੋਲ ਨੇ, 2 ਮੇਰੇ ਸਾਥੀ ਕੋਲ ਨੇ। ਉਹ ਕਹਿੰਦੇ ਅੱਛਾ। ਵਜ਼ੀਰ ਨੂੰ ਕਹਿੰਦਾ ਜਾਓ ਪਤਾ ਕਰਕੇ ਆਓ, ਇਹ ਸੱਚ ਬੋਲਦਾ। ਵਜ਼ੀਰ ਗਿਆ ਜੀ। ਵਜ਼ੀਰ ਨੇ ਵੇਖਿਆ 7 ਵਿੱਚੋਂ 4 ਲਾਲ ਚੁੱਕੇ ਸੀ, 3 ਪਏ ਸੀਗੇ। ਤੇ ਵਜ਼ੀਰ ਪਤਾ ਕੀ ਸੋਚਦਾ ਜੀ? ਵਜ਼ੀਰ ਸੋਚਦਾ ਕਿ ਆਪਾਂ 4 ਤੋਂ ਮੰਨਿਆ ਹੀ ਹੈ, 3 ਹੀ ਕੁੱਟ-ਕੁੱਟ ਮਨਾ ਲੈਣਾ ਉਹਨੂੰ। ਗੱਜ ਕੇ ਆਖੋ ਵਾਹਿਗੁਰੂ। ਤੇ 3 ਵਜ਼ੀਰ ਨੇ ਆਪਣੀ ਜੇਬ 'ਚ ਪਾ ਲਏ ਜੀ। ਵਜ਼ੀਰ ਆਇਆ ਰਾਜੇ ਕੋਲ, ਕਹਿੰਦਾ ਜੀ ਚੋਰ ਸੱਚ ਤੇ ਬੋਲਦਾ ਪਰ ਪੂਰਾ ਸੱਚ ਨਹੀਂ ਬੋਲਦਾ। ਰਾਜਾ ਕਹਿੰਦਾ ਕਿਉਂ? ਕਹਿਣ ਲੱਗਾ ਇਹ ਕਹਿੰਦਾ 4 ਚੁੱਕੇ ਆ, 7 ਲਾਲ ਚੁੱਕੇ ਆ। ਤੇ ਚੋਰ ਬੋਲਿਆ, ਕਹਿਣ ਲੱਗਾ ਰਾਜਾ ਜੀ ਜੇ ਤੁਸੀਂ ਮੇਰੀ ਗੱਲ ਤੇ ਇਤਬਾਰ ਕਰੋ, 2 ਨੇ ਮੇਰੇ ਕੋਲ ਤੇ 2 ਮੇਰੇ ਸਾਥੀ ਕੋਲ, ਤੇ ਜੇ 3 ਲਾਲ ਲੱਭਣੇ ਹੋਣ ਨਾ ਤੇ ਵਜ਼ੀਰ ਦੀ ਤਲਾਸ਼ੀ ਲੈ ਲਓ। ਕਹਿਣ ਲੱਗਾ ਇਸ ਵਜ਼ੀਰ ਦੇ ਕੋਲ ਹੋਣੇ ਆ। ਉਹ ਜਦੋਂ ਵਜ਼ੀਰ ਦੀ ਤਲਾਸ਼ੀ ਕੀਤੀ ਤੇ ਵਜ਼ੀਰ ਕੋਲੋਂ 3 ਨਾਲ ਵਜ਼ੀਰ ਦੇ ਕੋਲੋਂ ਨਿਕਲ ਆਏ ਜੀ। ਰਾਜਾ ਕਹਿੰਦਾ ਵੀ ਲਾਲ ਪੂਰੇ ਹੋਣ ਵਾਲੇ 5 ਲਾਲ ਪੂਰੇ ਹੋ ਗਏ, 2 ਰਹਿ ਗਏ ਐ। ਇਹ ਦੱਸ ਵੀ ਉਹ ਹੁਣ ਤੇਰਾ ਸਾਥੀ ਕਿੱਥੇ ਹੈ ਜਿਹਨੇ ਤੇਰੇ ਨਾਲ ਰਲ ਕੇ ਚੋਰੀ ਕੀਤੀ? ਚੋਰ ਕਹਿੰਦਾ ਜੀ ਨਾ ਮੈਂ ਉਹਦੇ ਕੋਲੋਂ ਨਾਮ ਪੁੱਛਿਆ, ਨਾ ਉਹਨੇ ਮੇਰੇ ਕੋਲੋਂ ਪੁੱਛਿਆ। ਰਾਜਾ ਕਹਿੰਦਾ ਆਪਣੇ ਰਾਤ ਵਾਲੇ ਸਾਥੀ ਦੀ ਕੋਈ ਪਛਾਣ ਤੇ ਦੱਸ। ਕਹਿਣ ਲੱਗਾ ਮੂੰਹ ਉਹਦਾ ਢੱਕਿਆ ਸੀ, ਮੂੰਹ ਮੇਰਾ ਢੱਕਿਆ ਸੀ। ਹਾਂ ਇੱਕ ਗੱਲ ਮੈਂ ਦੱਸ ਦਿੰਦਾ, ਆਵਾਜ਼ ਉਹਦੀ ਤੁਹਾਡੇ ਵਰਗੀ ਸੀ। ਕਹਿਣ ਲੱਗਾ ਗੱਲ ਕਰਨ ਦਾ ਤਰੀਕਾ ਵੀ ਤੁਹਾਡੇ ਵਾਲਾ ਸੀਗਾ ਸਾਰਾ, ਇਹ ਮੈਨੂੰ ਪੱਕਾ ਪਤਾ। ਰਾਜੇ ਨੇ ਪਤਾ ਕੀ ਕੀਤਾ? ਰਾਜੇ ਨੇ ਗਲਵੱਕੜੀ ਚ ਲਿਆ ਚੋਰ ਨੂੰ ਤੇ ਆਖਿਆ ਧੰਨ ਤੂੰ, ਧੰਨ ਉਹ ਸੰਤ ਜਿਹੜਾ ਰਾਤੀ ਤੈਨੂੰ ਮਿਲਿਆ। ਕਹਿਣ ਲੱਗੇ ਧੰਨ ਤੂੰ ਤੇ ਧੰਨ ਉਹ ਸੰਤ। ਆਖਿਆ ਉਹ ਮੈਂ ਹੀ ਹਾਂ ਰਾਤ ਵਾਲਾ ਤੇਰਾ ਸਾਥੀ। ਵਜ਼ੀਰ ਨੇ ਕੀਤੀ ਬੇਈਮਾਨੀ, ਵਜ਼ੀਰ ਦੀ ਕੁਰਸੀ ਖਾਲੀ ਹੈ, ਇਸ ਵਜ਼ੀਰ ਦੀ ਕੁਰਸੀ ਤੇ ਤੂੰ ਬਹਿਣਾ ਹੈ। ਉਹ ਕਹਿਣ ਲੱਗਾ ਨਹੀਂ ਜੀ ਮੈਂ ਨਹੀਂ ਬਹਿ ਸਕਦਾ। ਉਹ ਕਹਿਣ ਲੱਗਾ ਕੀ ਕਰਦਾ ਗੱਲਾਂ, ਇਸ ਵਜ਼ੀਰੀ ਨੂੰ ਪਾਉਣ ਵਾਸਤੇ ਤੇ ਲੋਕ ਤਰਸਦੇ ਐ, ਜ਼ੋਰ ਲਾਉਂਦੇ ਐ, ਤਾਂ ਨਹੀਂ ਮਿਲਦੀ, ਤੈਨੂੰ ਮੈਂ ਆਪ ਕਹਿ ਰਿਹਾ। ਤੇ ਚੋਰ ਪਤਾ ਅੱਗੋਂ ਕੀ ਕਹਿਣ ਲੱਗਾ? ਚੋਰ ਕਹਿੰਦਾ ਨਹੀਂ ਰਾਜਾ ਜੀ
ਜਿਨ੍ਹਾਂ ਸੰਤਾਂ ਦੀ ਸੰਗਤ ਕਰਕੇ ਇੱਕ ਚੋਰ ਨੂੰ ਵਜ਼ੀਰੀ ਮਿਲਣ ਦਈ ਹੈ, ਕਹਿਣ ਲੱਗਾ ਹੁਣ ਮੈਂ ਸਾਰੀ ਉਮਰ ਹੀ ਉਹਨਾਂ ਸੰਤਾਂ ਨਾਲ ਰਹਿ ਕੇ ਨਾਮ ਜਪਣਾ ਪਰਮੇਸ਼ਰ ਦਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਜੇ ਇੱਕ ਰੱਬ ਦੇ ਪਿਆਰੇ ਨੂੰ ਮਿਲ ਕੇ ਇੰਨਾ ਭਲਾ ਹੋ ਸਕਦਾ, ਗੁਰੂ ਅਮਰਦਾਸ ਜੀ ਕਿੰਨੇ ਵੱਡੇ ਨੇ ਜੀ, ਕਿੰਨੇ ਵੱਡੇ, ਕੋਈ ਅੰਦਾਜ਼ਾ ਜੀ? ਕੋਈ ਅੰਦਾਜ਼ਾ ਨਹੀਂ ਹੈਗਾ ਜੀ। ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਸੋ ਬੇਅੰਤੀ ਮਹਾਰਾਜ ਦੀ ਹਜ਼ੂਰੀ ਚ ਆ ਰਹੇ ਆ। ਪਤਾ ਨਹੀਂ ਕਿੰਨਿਆਂ ਦੇ ਦਰਸ਼ਨ ਕਰਕੇ ਮਹਾਰਾਜ ਦਾ, ਵਾਹਿਗੁਰੂ ਕਿੰਨਿਆਂ ਦਾ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਕਰਕੇ ਭਲਾ ਹੋ ਰਿਹਾ ਹੋਏਗਾ ਜੀ। ਮਹਾਰਾਜ ਨੂੰ ਬੋਲਣ ਦੇ ਬਚਨ ਕਰਨ ਦੀ ਲੋੜ ਨਹੀਂ ਸੀ ਪੈਂਦੀ। ਗੁਰੂ ਅਮਰਦਾਸ ਜੀ ਦੇ ਜਿਹੜੇ ਦਰਸ਼ਨ ਹੀ ਕਰ ਲੈਂਦਾ ਸੀ ਨਾ, ਉਹਦਾ ਹੀ ਭਲਾ ਹੋ ਜਾਂਦਾ ਸੀਗਾ ਜੀ। ਹਾਂਜੀ। ਦੋਹਰਾ ਪ੍ਰਥਮ ਰੀਤ ਨਿਤ ਚਲਤ ਤਿਮ ਦੇਗ ਕਰਨ ਤੇ ਆਦ। ਇਸ ਤਰੀਕੇ ਨਾਲ ਪਹਿਲਾਂ ਵਾਲੀ ਰੀਤੀ ਚੱਲਣ ਲੱਗ ਪਈ। ਖੁੱਲਾ ਲੰਗਰ ਚੱਲਦਾ ਗੋਇੰਦਵਾਲ ਸਾਹਿਬ ਵਿੱਚ। ਜਿਹਨੇ ਦਰਸ਼ਨ ਕਰਨੇ ਹੁੰਦੇ ਉਹਨੂੰ ਮਰਿਆਦਾ ਸੀ ਵੀ ਪਹਿਲਾਂ ਲੰਗਰ ਛਕ। ਹਾਂਜੀ। ਸਿੱਖ ਸੈਂਕੜੇ ਹੋਤ ਹੈ ਪ੍ਰਾਪਤ ਪਰਮ ਪ੍ਰਸਾਦ। ਸੈਂਕੜੇ ਸਿੱਖ ਹਰ ਰੋਜ਼ ਸਤਿਗੁਰੂ ਦੀ ਹਜ਼ੂਰੀ ਚ ਆਉਂਦੇ ਆ, ਮਹਾਰਾਜ ਦੇ ਦਰਸ਼ਨ ਕਰਕੇ ਸ਼ਾਂਤੀ ਲੈਂਦੇ, ਆਨੰਦ ਲੈਂਦੇ ਆ। ਚੋਰ ਡਾਕੂ ਯਾਰ ਸਾਰਿਆਂ ਦਾ ਭਲਾ ਹੋ ਰਿਹਾ ਜੀ। ਹਾਂਜੀ। ਦੋਹਰਾ ਧਰਮ ਧੁਰੰਦਰ ਅਮਰ ਗੁਰ ਸਦਾ ਚਿਹਤ ਉਪਕਾਰ। ਹਜੂਰ ਗਰੀਬ ਨਵਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਦਾ ਉਪਕਾਰ ਕਰਨਾ ਚਾਹੁੰਦੇ ਆ। ਹਾਂਜੀ। ਰਚਬੇ ਤੀਰਥ ਬਾਵਲੀ ਸਿੱਖਿਆਨ ਹੇਤ ਉਧਾਰ। ਤੇ ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਤੀਰਥ ਬਣਾਉਣਾ ਚਾਹੁੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਤੇ ਤੀਰਥ ਕਿਹੋ ਜਿਹਾ ਬਣਾਉਣਾ ਚਾਹੁੰਦੇ ਆ? ਮਹਾਰਾਜ ਇੱਕ ਬੌਲੀ ਬਣਾਉਣਾ ਚਾਹੁੰਦੇ ਆ। ਐਸਾ ਤੀਰਥ ਬਣਾਉਣਾ ਚਾਹੁੰਦੇ ਆ ਜਿਹਨੂੰ 84 ਪੌੜੀਆਂ ਹੋਣ, ਉਹਨਾਂ ਪੌੜੀਆਂ ਤੇ ਬੈਠ ਕੇ ਬਾਣੀ ਪੜ੍ਹ ਕੇ ਬੰਦੇ ਦਾ ਭਲਾ ਹੋਵੇ ਜੀ। ਮਹਾਰਾਜ ਤੀਰਥ ਬਣਾਉਣਾ ਚਾਹੁੰਦੇ ਆ। ਪਹਿਲਾ ਤੀਰਥ ਹੈ ਸਾਡਾ ਗੋਇੰਦਵਾਲ ਸਾਹਿਬ, ਸਿੱਖੀ ਦਾ ਧੁਰਾ ਹੈ ਜੀ। ਹਾਂਜੀ। ਚੌਪਈ ਇੱਕ ਦਿਨ ਸਭਾ ਮੁਝਾਰ ਉਚਾਰਾ। ਬੜੀਆਂ ਸੰਗਤਾਂ ਮਹਾਰਾਜ ਗਰੀਬ ਨਵਾਜ ਜੀ ਦੇ ਹਜ਼ੂਰ ਬੈਠੀਆਂ ਤੇ ਸੰਗਤਾਂ ਦੇ ਵਿੱਚ ਗੁਰੂ ਅਮਰਦਾਸ ਜੀ ਬਚਨ ਕਰ ਰਹੇ ਆ। ਹਾਂਜੀ। ਇਹਾਂ ਬਾਵਲੀ ਲਗੇ ਉਦਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪਿਆਰਿਓ ਸੰਗਤ ਜੀ, ਇੱਥੇ ਅਸੀਂ ਬੌਲੀ ਬਣਾਉਣੀ ਹੈ। ਹਾਂਜੀ। ਸਿੱਖ ਸੰਗਤ ਦਰਸ਼ਨ ਕੋ ਆਵਹਿ। ਜਦੋਂ ਸਿੱਖ ਸੰਗਤਾਂ ਦਰਸ਼ਨ ਕਰਨ ਵਾਸਤੇ ਇੱਥੇ ਆਉਣਗੀਆਂ, ਹਾਂਜੀ, ਸਭ ਮਿਲ ਗੁਰ ਤੀਰਥ ਜਲ ਨਾਵਹਿ। ਸਾਰੇ ਮਿਲ ਕੇ ਇੱਥੇ ਇਸ਼ਨਾਨ ਕਰਿਆ ਕਰਨਗੀਆਂ। ਕਈ ਕਹਿੰਦੇ ਜੀ ਉੱਥੇ ਪਾਣੀ ਦੀ ਘਾਟ ਸੀਗੀ ਤਾਂ ਮਹਾਰਾਜ ਨੇ ਬੌਲੀ ਬਣਵਾਈ। ਪਾਣੀ ਦੀ ਕਿੱਥੋਂ ਘਾਟ ਲਾਗੇ ਤੇ ਦਰਿਆ ਵਗਦਾ ਜੀ। ਉਚੇਚਾ ਇਸ਼ਨਾਨ ਵਾਸਤੇ ਮਹਾਰਾਜ ਕਹਿੰਦੇ ਬੌਲੀ ਬਣਵਾਉਣੀ ਹੈ। ਹਾਂਜੀ। ਇਮ ਕਹਿ ਸਤਿਗੁਰ ਆਇਸ ਦੀਨਸ। ਮਹਾਰਾਜ ਨੇ ਭਾਈ ਪਾਰੋ ਨੂੰ ਹੁਕਮ ਕੀਤਾ। ਭਾਈ, ਹਾਂਜੀ, ਲਿਖੋ ਹੁਕਮਨਾਮੇ ਹਿਤ ਚੀਨਸ। ਮਹਾਰਾਜ ਕਹਿਣ ਲੱਗੇ ਦੂਰ ਦੂਰ ਤੱਕ ਸੰਗਤਾਂ ਨੂੰ ਹੁਕਮਨਾਮੇ ਲਿਖ ਦਿਓ। ਹਾਂਜੀ। ਤੀਰਥ ਕੀ ਤਿਆਰੀ ਗੁਰ ਕਰੈ। ਕੀ ਹੁਕਮਨਾਮੇ ਲਿਖਣੇ ਆ? ਵੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਇੱਥੇ ਤੀਰਥ ਬਣਾਉਣ ਲੱਗੇ ਆ। ਹਾਂਜੀ। ਹੋਏ ਨਿਹਾਲ ਸੇਵਾ ਹਿਤ ਧਰੈ। ਜਿਹੜਾ ਹਿੱਤ ਧਾਰ ਕੇ ਪ੍ਰੇਮ ਨਾਲ ਇਸ ਬਣ ਰਹੇ ਤੀਰਥ ਵਿੱਚ ਆ ਕੇ ਸੇਵਾ ਕਰੇਗਾ ਨਾ, ਉਹ ਨਿਹਾਲ ਹੋਏਗਾ। ਬਚਨ ਲਿਖ ਦਿਓ, ਹੁਕਮਨਾਮੇ ਲਿਖ ਦਿਓ। ਹਾਂਜੀ। ਪਾਰੋ ਨੇ ਲਿਖ ਸਕਲ ਪਠਾਏ। ਭਾਈ ਪਾਰੋ ਜੀ ਬ੍ਰਹਮ ਗਿਆਨੀ, ਉਹਨਾਂ ਨੇ ਹੁਕਮਨਾਮੇ ਲਿਖ ਦਿੱਤੇ ਜੀ ਸਾਰੇ। ਹਾਂਜੀ। ਪੁਰ ਗ੍ਰਾਮਨ ਤੇ ਸੁਨ ਸਿੱਖ ਆਏ। ਉਧਰੋਂ ਪਿੰਡਾਂ ਦੇ ਲੋਕਾਂ ਨੇ ਜਦੋਂ ਪੜ੍ਹਿਆ, ਪਿੰਡਾਂ ਪਿੰਡਾਂ 'ਚ ਹੁਕਮਨਾਮਾ ਗਿਆ, ਭਾਈ ਜਿਹੜਾ ਤੀਰਥ ਦੇ ਵਿੱਚ ਬਣ ਰਹੇ ਤੀਰਥ ਵਿੱਚ ਆ ਕੇ ਸੇਵਾ ਕਰੇਗਾ ਨਾ, ਉਹ ਨਿਹਾਲ ਹੋਏਗਾ। ਹੁਣ ਗੁਰੂ ਸਾਹਿਬ ਦਾ ਹੁਕਮਨਾਮਾ ਪਹੁੰਚਿਆ ਹੋਵੇ ਤੇ ਕਿਹੜਾ ਨਹੀਂ ਪਹੁੰਚੇਗਾ ਜੀ। ਹਾਂਜੀ। ਭਇਓ ਮੇਲ ਸੰਗਤ ਕੋ ਭਾਰੋ। ਸੁਣ ਸੁਣ ਕੇ ਸਿੱਖ ਸੰਗਤਾਂ ਆਉਣ ਲੱਗ ਪਈਆਂ। ਬਹੁਤ ਵੱਡਾ ਇਕੱਠ ਹੋ ਗਿਆ ਸੰਗਤ ਦਾ ਜੀ। ਹਾਂਜੀ। ਜਥਾ ਸ਼ਕਤ ਲੈ ਆਵਹਿ ਕਾਰੋ। ਤੇ ਸੰਗਤਾਂ ਮਾਇਆ ਵੀ ਲੈ ਕੇ ਆਉਂਦੀਆਂ ਜੀ।
ਕੋਈ ਮਹਾਰਾਜ ਨੂੰ ਇੰਨੀ ਮਾਇਆ ਮਹਾਰਾਜ ਕਾਰ ਸੇਵਾ ਵਿੱਚ ਸਾਡੀ ਵੀ ਮਾਇਆ ਲਾਓ। ਹਾਂਜੀ ਦਰਸ਼ਨ ਹੇਤ ਚੌਪ ਚਿਤ ਧਾਰੇ ਹਾਂਜੀ। ਸੇਵਾ ਠਾਨ ਹੈ ਗੁਰੂ ਅਗਾਰੇ। ਲੋਕ ਇਸ ਕਰਕੇ ਆ ਰਹੇ ਮਹੀਨੇ ਵਾਸਤੇ ਗੁਰੂ ਘਰ ਆ ਕੇ ਰਹਿਣ ਲੱਗ ਪਏ। ਇੱਕ ਤੇ ਮਹਾਰਾਜ ਦੇ ਦਰਸ਼ਨ ਕਰਾਂਗੇ, ਦੂਜੀ ਸੇਵਾ ਕਰਿਆ ਕਰਾਂਗੇ। ਹਾਂਜੀ ਮਿਲ ਗੁਰ ਪਗ ਕੋ ਬੰਧਨ ਠਾਨ ਹੈ। ਪਿੰਡਾਂ ਚੋਂ ਹਜ਼ਾਰਾਂ ਸੰਗਤਾਂ ਆਉਣ ਲੱਗ ਪਈਆਂ, ਆ ਕੇ ਮਹਾਰਾਜ ਨੂੰ ਮੱਥਾ ਟੇਕਦੀਆਂ। ਹਾਂਜੀ ਤਰਹਿ ਭਾਉ ਆਪਣੇ ਹਿਤ ਜਾਣੇ ਹੈ। ਆਪਣਾ ਭਲਾ ਜਾਣ ਕੇ ਸੇਵਾ ਵਿੱਚ ਹਿੱਸਾ ਪਾਉਂਦੀਆਂ, ਮਾਇਆ ਭੇਟਾ ਕਰਦੀਆਂ ਮਹਾਰਾਜ ਨੂੰ। ਇਹਦੇ ਵਿੱਚ ਸਾਡਾ ਭਲਾ ਹੈ। ਹਾਂਜੀ ਸ਼੍ਰੀ ਗੁਰ ਨੇ ਸੁਭ ਦਿਵਸ ਨਿਹਾਰਾ। ਬਹੁਤ ਸੰਗਤ ਇਕੱਠੀ ਹੋ ਗਈ। ਫਿਰ ਇੱਕ ਦਿਨ ਮਹਾਰਾਜ ਗਰੀਬ ਨਵਾਜ ਜੀ ਨੇ ਸਾਰੀ ਸੰਗਤ ਇਕੱਠੀ ਕਰਕੇ ਨਿਕਸੇ ਵਹਿਰ ਆਨੰਦ ਉਦਾਰਾ। ਮਹਾਰਾਜ ਬਾਹਰ ਨਿਕਲੇ ਜੀ ਸੰਗਤਾਂ ਦੇ ਸਮੇਤ। ਹਾਂਜੀ ਸਭ ਸੰਗਤ ਕੋ ਸੰਗ ਸੋ ਲੀਨ ਬਹੁ ਮਿਸ਼ਟਾਨ ਮੰਗਾਵਨ ਕੀਨ। ਕੜਾ ਪ੍ਰਸ਼ਾਦ ਬਣਵਾਇਆ, ਲੱਡੂ ਬਣਵਾਏ, ਮਠਿਆਈਆਂ ਬਣਵਾਈਆਂ ਮਹਾਰਾਜ ਨੇ। ਹਾਂਜੀ ਥਲ ਸੁੰਦਰ ਭਿਖ ਪਾਸ ਬੇਪਾਸਾ। ਤੇ ਦਰਿਆ ਦੇ ਨੇੜੇ ਇੱਕ ਪਾਸੇ ਸੋਹਣੀ ਜਗ੍ਹਾ ਵੇਖ ਕੇ ਢੇਗਪੁਰ ਗੋਇੰਦਵਾਲ ਪ੍ਰਕਾਸ਼ਾ। ਹਾਂਜੀ ਮੰਦ ਪਦ ਸੁੰਦਰ ਤਰਹੀ। ਮਹਾਰਾਜ ਉੱਥੇ ਤੁਰ ਰਹੇ ਆ ਜੀ। ਕਦੀ ਇਸ ਪਾਸੇ ਜਾਂਦੇ ਆ, ਕਦੀ ਇਸ ਪਾਸੇ ਆਉਂਦੇ ਆ। ਨਗਰ ਵਿੱਚ ਫਿਰ ਰਹੇ ਸੱਚੇ ਪਾਤਸ਼ਾਹ, ਤੁਰ ਰਹੇ ਆ। ਹਾਂਜੀ ਸੰਗ ਸੰਗਤਾਂ ਭੀਰ ਨਿਹਰਹੀ। ਉਹ ਸੰਗਤਾਂ ਵੀ ਪਿੱਛੇ ਜਾ ਰਹੀਆਂ ਜੀ। ਅਸਲ 'ਚ ਮਹਾਰਾਜ ਨੇ ਜਗ੍ਹਾ ਦੱਸਣੀ ਜੀ ਵੀ ਕਿੱਥੇ ਬੌਲੀ ਸਾਹਿਬ ਬਣਾਉਣੀ ਹੈ। ਅਜੇ ਥਾਂ ਨਹੀਂ ਮੁਕਰਰ ਹੋਈ ਜੀ। ਹਾਂਜੀ ਸੋ ਥਲ ਜਾਨ ਗੁਰ ਸਥਿਤ ਭਏ। ਤੇ ਜਦੋਂ ਸਹੀ ਥਾਂ ਤੇ ਆ ਗਏ ਨਾ ਮਹਾਰਾਜ ਖਲੋ ਗਏ ਜੀ ਉੱਥੇ ਜੀ। ਗੱਜ ਕੇ ਆਖੋ ਵਾਹਿਗੁਰੂ। ਜਿੱਥੇ ਅੱਜ ਬੌਲੀ ਸਾਹਿਬ ਹੈ ਉੱਥੇ ਮਹਾਰਾਜ ਆ ਕੇ ਖਲੋ ਗਏ ਸੱਚੇ ਪਾਤਸ਼ਾਹ। ਹਾਂਜੀ ਟਕ ਲਾਵਨ ਕੀ ਆਇਸ ਦਏ। ਤੇ ਮਹਾਰਾਜ ਨੇ ਨਾ ਸੰਗਤਾਂ ਨੂੰ ਆਖਿਆ ਲਿਆਓ ਬਾਬਾ ਬੁੱਢਾ ਜੀ ਨੂੰ। ਬਾਬਾ ਬੁੱਢਾ ਜੀ ਨੂੰ ਲਿਆਂਦਾ। ਮਹਾਰਾਜ ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਪਹਿਲੀ ਕਈ ਮਾਰ ਕੇ ਤੇ ਟੱਕ ਲਾਓ। ਮਹਾਰਾਜ ਕਹਿਣ ਲੱਗੇ। ਹਾਂਜੀ ਬੁੱਢੇ ਪ੍ਰਥਮ ਕਹੀ ਕਰ ਗਹੀ। ਸਭ ਤੋਂ ਪਹਿਲਾਂ ਫਿਰ ਵੇਖੋ ਗੁਰੂ ਘਰ ਦਾ ਮਹਾਨ ਤੀਰਥ ਬਣ ਰਿਹਾ ਹੈ। ਸਭ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੇ ਆਪਣੇ ਹੱਥ ਵਿੱਚ ਕਹੀ ਫੜੀ ਜੀ। ਹਾਂਜੀ ਜਹ ਗੁਰ ਕਹੀ ਤੀਰਥ ਕਰ ਸਹੀ। ਤੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਤਹ ਤੇ ਮਾਟੀ ਲੀਨ ਉਪਾਟੀ। ਅਰਦਾਸ ਕਰਕੇ ਮੂਲ ਮੰਤਰ ਪੜ੍ਹ ਕੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਕਈ ਧਰਤੀ ਵਿੱਚ ਮਾਰੀ ਜੀ। ਉੱਥੋਂ ਮਿੱਟੀ ਪੁੱਟੀ ਜੀ। ਹਾਂਜੀ ਭਰੀ ਟੋਕਰੀ ਸਿਰ ਪਰ ਸਾਠੀ। ਫਿਰ ਉਹ ਟੋਕਰੀ ਬਾਬਾ ਬੁੱਢਾ ਜੀ ਨੇ ਆਪਣੇ ਸੀਸ ਤੇ ਰੱਖੀ ਜੀ। ਹਾਂਜੀ ਬਹੁਰੋ ਸਕਲ ਸਿੱਖਿਆ ਲੱਗ ਪਰੇ। ਤੇ ਦੂਰ ਮਿੱਟੀ ਸੁੱਟ ਕੇ ਆਏ ਬਾਬਾ ਜੀ। ਤੇ ਪਿਆਰਿਓ ਬਾਅਦ ਚੋਂ ਫਿਰ ਸਾਰੇ ਸਿੱਖ ਹੀ ਲੱਗ ਪਏ ਜੀ। ਖੂਹ ਪੁੱਟਣਾ ਸੀਗਾ। ਪਹਿਲੀ ਜਿਹੜਾ ਸਭ ਤੋਂ ਪਹਿਲੀ ਕਈ ਚਲਾਈ ਉਹ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਚਲਾਈ ਜੀ। ਬਾਅਦ ਚੋਂ ਸੰਗਤਾਂ ਸਾਰੀਆਂ ਲੱਗ ਗਈਆਂ। ਤਾਰੇ ਚੌਪ ਸੇਵਾ ਹਿਤ ਕਰੇ। ਤੇ ਸਾਰੇ ਬੜੇ ਪਿਆਰ ਦੇ ਨਾਲ ਨਾ ਹੁਣ ਉੱਥੇ ਸੇਵਾ ਕਰਨ ਲੱਗ ਪਏ। ਪਿਆਰਿਓ ਤੁਸੀਂ ਸਤਿਗੁਰੂ ਦੀ ਕਥਾ ਸੁਣ ਰਹੇ ਜੇ, ਗੋਇੰਦਵਾਲ ਸਾਹਿਬ ਦੀ ਕਥਾ ਸੁਣ ਰਹੇ ਹੋ। ਇਸ ਕਥਾ ਦੇ ਵਿੱਚ ਬਾਬਾ ਬੁੱਢਾ ਜੀ ਦਾ ਵਿਸ਼ੇਸ਼ ਸਥਾਨ ਹੈ ਜੀ। ਕੱਲੇ ਇਸ ਕਥਾ ਵਿੱਚ ਨਹੀਂ, ਜਿੰਨੇ ਆਪਾਂ ਗੁਰੂ ਦੇ ਸਿੱਖ ਹਾਂ ਸਾਡੇ ਸਾਰਿਆਂ ਦੇ ਜੀਵਨ ਵਿੱਚ ਬਾਬਾ ਬੁੱਢਾ ਜੀ ਦਾ ਵਿਸ਼ੇਸ਼ ਸਥਾਨ ਹੈ ਜੀ। ਗੁਰੂ ਘਰ ਦਾ ਪਹਿਲਾ ਤੀਰਥ ਬਣਿਆ ਜੀ। ਹਾਂਜੀ ਜਿੱਥੇ ਜਾ ਕੇ ਇਸ਼ਨਾਨ ਹੋ ਸਕਦਾ। ਉਰੇ ਤੋਂ ਬਾਅਦ ਗੁਰਮੁਖਾਂ ਨੇ ਬਣਵਾਏ ਤੀਰਥ। ਤੇ ਪਹਿਲਾ ਤੀਰਥ ਗੋਇੰਦਵਾਲ ਸਾਹਿਬ ਹੈ ਸਾਡਾ ਜੀ। ਪਹਿਲਾ ਤੀਰਥ ਹੈ। ਤੇ ਪਹਿਲੇ ਤੀਰਥ ਦੀ ਆਰੰਭਤਾ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ ਕਰਾਈ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਜੀ ਨੂੰ ਕਿੰਨਾ ਖਾਸ ਮੰਨਦੇ ਆ ਜੀ। ਬ੍ਰਹਮ ਗਿਆਨੀ ਨੇ ਬਾਬਾ ਬੁੱਢਾ ਸਾਹਿਬ ਜੀ। ਉਹ ਹੁਣ ਬੌਲੀ ਸਾਹਿਬ ਬਣਨ ਲੱਗੀ ਹੈ। ਤੇ ਭਾਵਨਾ ਰੱਖਿਆ ਕਰੋ, ਕੱਚੇ ਪਿੱਲੇ ਜੋ ਮਰਜ਼ੀ ਬੋਲਣ ਧਿਆਨ ਨਾ ਦਿਆ ਕਰੋ। ਕਈ ਕਹਿੰਦੇ ਜੀ ਨਹੀਂ ਇਹ ਤੇ ਪਾਣੀ ਦੀ ਘਾਟ ਕਰਕੇ ਨਹੀਂ। ਮਹਾਰਾਜ ਨੇ 84 ਪੌੜੀਆਂ ਬਣਾ ਕੇ
84 ਇਸ਼ਨਾਨ ਦਾ ਹੁਕਮ ਕੀਤਾ। ਪਿਆਰਿਓ, ਜਿਹੜਾ 84 ਵਾਰੀ ਪਾਠ ਕਰੇਗਾ, ਇਸ਼ਨਾਨ ਕਰੇਗਾ, ਉਹਦੀ 84 ਲੱਖ ਜੂਨ ਕੱਟੀ ਜਾਏਗੀ ਜੀ। ਤੇ ਦਾਸ ਤੇ ਇੰਝ ਵੀ ਬੇਨਤੀ ਕਰਦਾ ਹੁੰਦਾ ਵੀ ਵੇਖੋ, ਗੁਰੂ ਨੇ ਤੀਰਥ ਬਣਾਇਆ, ਇੱਕ ਪੌੜੀ 1 ਲੱਖ ਜੂਨ ਕੱਟ ਦਿੰਦੀ ਬੰਦੇ ਦੀ। ਇੱਕ ਪੌੜੀ ਦੀ 1 ਲੱਖ ਜੂਨ ਕੱਟ ਦਿੰਦੀ ਹੈ। ਇਹਨਾਂ ਬਚਨਾਂ ਤੇ ਭਰੋਸਾ ਰੱਖਿਆ ਕਰੋ। ਐਵੇਂ ਨਾ ਕੋਈ ਆ ਕੇ ਮਨ ਘੜਤ ਗਿਆਨੀ ਜੋ ਮਰਜ਼ੀ ਬੋਲੀ ਜਾਵੇ, ਤੁਸੀਂ ਉਹਦੀ ਗੱਲ ਸੁਣਨ ਲੱਗ ਪਓ। ਇੱਕ ਪੌੜੀ 1 ਲੱਖ ਜੂਨ ਕੱਟ ਦਿੰਦੀ ਜੀ, ਤੇ 84 ਲੱਖ ਕੱਟ ਦਿੰਦੀਆਂ ਜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ। ਅੱਗੋਂ ਜਿਵੇਂ ਜਿਵੇਂ ਬੌਲੀ ਸਾਹਿਬ ਬਣੇਗੀ, ਉਵੇਂ ਉਵੇਂ ਕਥਾ ਆਏਗੀ, ਉਹ ਆਪਾਂ ਪ੍ਰੇਮ ਨਾਲ ਸਰਵਣ ਕਰਾਂਗੇ। ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਰਮੇਸ਼ਰ ਦਾ ਨਾਮ ਸਾਡਾ ਸਾਰਿਆਂ ਦਾ ਭਲਾ ਹੋਵੇ। ਸਾਰੀਆਂ ਸੰਗਤਾਂ ਕਹੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੱਜ ਕੇ ਵਾਹਿਗੁਰੂ 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 ਗੱਜ ਕੇ ਵਾਹਿਗੁਰੂ 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 ਸੱਚੇ ਪਾਤਸ਼ਾਹ ਮਿਹਰ ਕਰਨ, ਨਾਮ ਜਪਣ ਦਾ, ਸੇਵਾ ਕਰਨ ਦਾ, ਗੁਰੂ ਘਰ ਆਉਣ ਦਾ। ਮਹਾਰਾਜ ਸਾਰਿਆਂ ਨੂੰ ਬਲ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ।